कारोबार संबंधी इश्तिहार लगवाउण लई संपर्क करो साडे नंबर 2013124180 ਜਾਂ ਸਾਡੀ ਈਮੇਲ ਆਈਡੀ preetnamausa@gmail.com। ਤੁਸੀਂ ਦੇਖ ਰਹੇ ਹੋ ਪ੍ਰੀਤਨਾਮਾ ਟੀਵੀ। ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਲਤੀਫਪੁਰ ਘਟਨਾ ਤੋਂ ਬਾਅਦ ਸਰਕਾਰਾਂ ਵੱਲੋਂ ਮੌਨਤਾਰ ਮੁੜ ਤੋਂ ਅੰਮ੍ਰਿਤਸਰ ਦੇ 850 ਪਰਿਵਾਰਾਂ ਨੂੰ ਉਜਾੜਨ ਤੋਂ ਨਹੀਂ ਰੋਕਿਆ ਜਾ ਰਿਹਾ, ਜਿਸ ਦੇ ਚੱਲਦੇ ਅੱਜ ਅੰਮ੍ਰਿਤਸਰ ਦੇ ਇੰਦਰਾ ਕਲੋਨੀ ਦੇ 850 ਤੋਂ ਜ਼ਿਆਦਾ ਪਰਿਵਾਰਾਂ ਉੱਪਰ ਵਕਫ ਬੋਰਡ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ਵਿੱਚ ਕੌਂਸਲਰ ਤਾਹਿਰ ਸ਼ਾਹ, ਸਮਾਜ ਸੇਵਕ ਸਲੀਮ ਪਹਿਲਵਾਨ ਅਤੇ ਆਪ ਆਗੂ ਵਰਿੰਦਰ ਸਹਿਦੇਵ ਵੱਲੋਂ ਇਲਾਕਾ ਨਿਵਾਸੀਆਂ ਨਾਲ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਵਿੱਚ ਕੜਾਕੇ ਦੀ ਠੰਡ ਇੱਕ ਵਾਰ ਫਿਰ ਦਸਤਕ ਦੇਣ ਲਈ ਤਿਆਰ ਹੈ। ਆਉਣ ਵਾਲੇ 2 ਦਿਨਾਂ 'ਚ ਬਾਰਿਸ਼ ਅਤੇ ਪਹਾੜਾਂ ਤੇ ਬਰਫ਼ਬਾਰੀ ਨਾਲ ਤਾਪਮਾਨ 'ਚ ਗਿਰਾਵਟ ਆਵੇਗੀ, ਜਿਸ ਨਾਲ ਠੰਡ ਵਧੇਗੀ। ਹੁਣ ਖਬਰਾਂ ਵਿਸਥਾਰ ਨਾਲ। ਬਾਬਾ ਝੂਠਾ ਵਾ ਜੀ, ਉਹ ਨਿੱਕੂ ਵਾਲਾ ਬਾਬਾ। ਪਹਿਲੇ ਗੱਲ ਤਾਂ ਮੈਂ ਕਹਾਂ ਉਹ ਨਿੱਕੂ ਵਾਲਾ ਬਾਬਾ ਨਹੀਂ ਆ, ਉਹਦੀ ਪਛਾਣ ਨਿੱਕੂ ਵਾਲਾ ਬਾਬਾ ਨਹੀਂ, ਉਹਦੀ ਪਛਾਣ ਸਨਾਤਨ ਆ। ਦਾ ਪਿਆ ਕਿ ਮਫਲਰ ਦੇ ਨਾਲ ਦੱਸਦਾ ਪਿਆ ਕਰੰਟ ਆਈ ਜਾ ਰਿਹਾ ਵਾ, ਲੋਕੀ ਐ ਛਾਲਾਂ ਮਾਰ ਕੇ ਡਿੱਗੇ ਜਾ ਰਹੇ। ਅਸਲ ਵਿੱਚ ਪਖੰਡ ਇਹ ਵਾ, ਇੰਦਾ ਕਰ ਦਿੰਦਾ ਜਾਂ ਮੈਂ ਕਿਸੇ ਲੂਲੇ ਲੰਗੜੇ ਨੂੰ ਚਲਾ ਦਿੰਦਾ ਵਾ, ਜਾਂ ਕਿਸੇ ਨੂੰ ਵਿਜੇ ਲਵਾ ਦਿੰਦਾ ਵਾ, ਜਾਂ ਕਿਸੇ ਦੀ ਏਡਸ ਠੀਕ ਕਰ ਦਿੰਦਾ, ਜਾਂ ਕਿਸੇ ਦੀ ਕੈਂਸਰ ਠੀਕ ਕਰ ਦਿੰਦਾ। ਐਸਾ ਕਦੀ ਵੀ ਨਹੀਂ ਸਟੇਜ ਤੋਂ ਕਿਹਾ ਗਿਆ। ਸਿਰਫ ਤੇ ਸਿਰਫ ਜਿਹੜਾ ਵਾ ਇਹ ਸਨਾਤਨ ਧਰਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਨਾਤਨ ਦੀ ਗੱਲ ਕਰਦਾ ਪਿਆ, ਆਪਣੇ ਧਰਮ ਦੀ ਗੱਲ ਕਰਦਾ ਪਿਆ ਵਾ। ਉਹ ਜਿਹੜੀ ਹੈ ਸਾਈ ਮਿਸ਼ਨਰੀਆਂ ਦੇ ਮਨ ਦੇ ਵਿੱਚ ਨਹੀਂ ਖੜਕਦੀ, ਕਿਉਂਕਿ ਪਿੱਛੇ 25 ਦਸੰਬਰ ਦੇ ਵਿੱਚ ਇਹਨੇ ਸਾਹਿਬਜ਼ਾਦਿਆਂ ਦੀ ਗੱਲ ਕੀਤੀ, ਸਾਹਿਬਜ਼ਾਦੇ ਦੀ ਸ਼ਹੀਦੀ ਦੀ ਬਾਰੇ ਗੱਲ ਕੀਤੀ। ਕਰੀਬ ਜਿਹੜੇ ਆ ਇਹਨੇ ਘਰ ਵਾਪਸੀਆਂ ਕਰਾਈਆਂ ਜੋ ਕ੍ਰਿਸਚਨ ਮਿਸ਼ਨਰੀਆਂ ਨੂੰ ਨਹੀਂ ਸਿਖਾਈਆਂ। ਉਸ ਕਰਕੇ ਜਿਹੜਾ ਵਾ ਇੱਕ ਪ੍ਰੋਪਗੈਂਡਾ ਦੇ ਤਹਿਤ ਜਿਹੜਾ ਵਾ ਨਾ ਉਹਦੇ ਪਿੱਛੇ ਸਾਰੀ ਇੱਕ ਜਿਹੜੀ ਏਜੰਸੀਆਂ ਲਗਾ ਦਿੱਤੀਆਂ ਗਈਆਂ ਕਿ ਉਹਨੂੰ ਝੂਠਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਦੂਸਰੇ ਪਾਸੇ ਵੇਖੋ ਜਿਹੜਾ ਪਖੰਡੀ ਹੁੰਦਾ ਵਾ, ਪਖੰਡੀ ਕਿਸ ਨੂੰ ਕਿਹਾ ਜਾਂਦਾ ਵਾ ਕਿ ਕਈ ਵੀਡੀਓਜ਼ ਦੇ ਵਿੱਚ ਮੈਂ ਆਪਣੀ ਵੀਡੀਓਜ਼ ਦੇ ਵਿੱਚ ਕਿਹਾ, ਔਰ ਕਈ ਲੋਕਾਂ ਨੇ ਜਿਹੜਾ ਵਾ ਇਹਨਾਂ ਨੂੰ ਸਾਈਆਂ ਪਾਸਟਰਾਂ ਨੂੰ ਜਿਹੜੀਆਂ ਵਾ ਚੈਲੰਜ ਮਾਰੇ ਆ ਕਿ ਵੀ ਤੁਸੀਂ ਆਓ ਸਾਡੇ ਨਾਲ ਡਿਬੇਟ ਕਰੋ, ਪਰ ਇਹ ਕਦੀ ਵੀ ਨਹੀਂ ਆਏ ਕਿਉਂਕਿ ਇਹ ਝੂਠੇ ਲੋਕ ਆ। ਉਹ ਝੂਠ ਦੀ ਹੱਦ ਇਸ ਤੱਕ ਵੇਖੋ ਕਿ ਆਹ ਦੇਖੋ ਤੁਸੀਂ ਏਡਸ ਜਿਹੜੀ ਹੈ ਠੀਕ ਕਰਦੇ ਪਏ ਆ। ਕਿ ਮੈਂ ਇੱਕ ਪੁੱਛਣਾ ਚਾਹਾਂਗਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ, ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਉਹਨੂੰ ਪੁੱਛਣਾ ਚਾਹੁੰਦਾ ਵਾ ਕਿ ਵੀ ਉਹ ਸੁੱਤਾ ਪਿਆ ਹੁੰਦਾ ਵਾ ਕਿ ਜਦੋਂ ਇਹ ਏਡਸ ਠੀਕ ਕਰਦੇ ਹੁੰਦੇ ਆ, ਇਹ ਕੈਂਸਰ ਠੀਕ ਕਰਦੇ ਹੁੰਦੇ ਆ, ਇਹ ਆਪਣਾ ਲੂਲੇ ਲੰਗੜਿਆਂ ਨੂੰ ਤਰਾਉਂਦੇ ਹੁੰਦੇ ਆ। ਕਰੋਨਾ ਦੀ ਕਦੀ ਭਵਿੱਖਬਾਣੀ ਕੀਤੀ ਇਹਨੇ? ਮੈਨੂੰ ਕੋਈ ਵੀ ਦੱਸ ਦੇ ਉੱਠ ਕੇ, ਚੈਨਲ ਦੇ ਰਾਹੀਂ ਸਾਰੇ ਸੁਣਦੇ ਪਏ ਆ। ਮੈਨੂੰ ਇੱਕ ਵਾਰੀ ਦੱਸ ਦਿਓ ਕਿ ਵੀ ਉਹਨੇ ਕਰੋਨਾ ਬਾਰੇ ਭਵਿੱਖਬਾਣੀ ਕੀਤੀ ਹੋਵੇ ਜਾਂ ਕਿਸੇ ਹੋਰ ਬਿਮਾਰੀ ਬਾਰੇ ਭਵਿੱਖਬਾਣੀ ਕੀਤੀ ਹੋਵੇ ਕਿ ਮੈਂ ਜੁੱਤੀਆਂ ਮਾਰ ਕੇ ਕੱਢ ਦਾਂਗਾ ਕਰੋਨਾ ਨੂੰ ਬਾਹਰ, ਜਾਂ ਕੈਂਸਰ ਠੀਕ ਕਰ ਦਾਂਗਾ ਵਾ, ਕੈਂਸਰਾਂ ਦੀਆਂ ਆਤਮਾਵਾਂ, ਏਡਸ ਦੀਆਂ ਆਤਮਾਵਾਂ। ਇਹ ਪਖੰਡ ਹੈਗਾ ਵਾ। ਅਸਲ ਵਿੱਚ ਲੋਕਾਂ ਨੂੰ ਉਹ ਪਖੰਡ ਨਜ਼ਰ ਹੀ ਨਹੀਂ ਆ ਰਿਹਾ। ਮੈਂ ਇੱਕ ਤਰਕਸ਼ੀਲ ਸੁਸਾਇਟੀਆਂ ਨੂੰ ਵੀ ਇੱਕ ਸਵਾਲ ਕਰਦਾ ਵਾਂ ਕਿ ਤਰਕਸ਼ੀਲ ਸੁਸਾਇਟੀਆਂ ਕਿੱਥੇ ਗਈਆਂ ਅੱਜ? ਸਿਰਫ ਹੁਣ ਤੋਂ ਨਹੀਂ, ਇਹ ਹੁਣ ਦਾ ਮੁੱਦਾ ਨਹੀਂ ਹੈਗਾ, ਅੱਜ ਤੋਂ 20-25 ਸਾਲ ਪੁਰਾਣੀਆਂ ਚੀਜ਼ਾਂ ਚੱਲ ਰਹੀਆਂ ਪਈਆਂ ਵਾ। ਜਦੋਂ ਦੀਆਂ ਕ੍ਰਿਸਚਨ ਮਿਸ਼ਨਰੀਆਂ ਜਿਹੜੀਆਂ ਵਾ ਨਾ ਉਹ ਖੁੱਲ੍ਹੇਆਮ ਜਿਹੜੀਆਂ ਪਖੰਡ ਕਰਦੀਆਂ ਪਈਆਂ ਵਾ, ਬਿਮਾਰੀਆਂ ਦਾ ਲਾਲਚ ਦੇ ਕੇ ਜਿਹੜਾ ਵਾ ਉਹ ਲੋਕਾਂ ਨੂੰ ਵਰਗਲਾ ਰਹੀਆਂ ਵਾ। ਔਰ 1954 ਦਾ ਐਕਟ ਲੱਗਦਾ ਪਿਆ ਵਾ, ਮੈਡੀਸਨ ਐਂਡ ਰੈਮਡੀਜ਼ ਐਕਟ ਲੱਗਦਾ ਵਾ, ਜਿਹਦੇ ਵਿੱਚ ਤੁਸੀਂ ਜਿਹੜੀਆਂ ਕਿ ਬਿਮਾਰੀਆਂ, ਜਿਹੜੀਆਂ ਦਵਾਈਆਂ, ਜਿਹੜੀਆਂ ਚਮਤਕਾਰੀ ਦਵਾਈਆਂ ਦਾ ਨਾਂ ਲੈ ਕੇ ਜਿਹੜੀਆਂ ਤੁਸੀਂ ਲੋਕਾਂ ਨੂੰ ਠੀਕ ਕਰਨਾ ਚਾਹੁੰਦੇ ਆ। ਔਰ ਦੂਸਰਾ ਨਰਿੰਦਰ ਸ਼ਾਸਤਰੀ ਜੀ ਨੇ ਇੱਕ ਗੱਲ ਕਹੀ ਆ ਕਿ ਚਮਤਕਾਰ ਨਹੀਂ ਹੈਗਾ ਜੀ, ਉਹ ਮੇਰੇ ਜਿਹੜੀ ਆ ਈਸਟ ਬਾਲਾ ਜੀ ਹਨੂਮਾਨ ਜੀ, ਜਿਹਨੂੰ ਬਾਲ ਰੂਪ ਕਿਹਾ ਗਿਆ ਵਾ ਹਨੂਮਾਨ ਜੀ ਦਾ, ਉਹਨਾਂ ਦੀ ਸ਼ਕਤੀ ਆ ਜਿਹੜੀ ਪਿੱਛੇ ਉਹ ਕੰਮ ਕਰਦੀ ਵੀ। ਉਹਨੇ ਕਦੀ ਵੀ ਨਹੀਂ ਕਿਹਾ ਕਿ ਮੈਂ ਚਮਤਕਾਰ ਆ। ਔਰ ਤੁਸੀਂ ਦੂਸਰੇ ਪਾਸੇ ਵੇਖੋ ਕਿ ਵੀ ਇੰਨੇ ਵੱਡੇ ਇਹਨਾਂ ਨੇ ਪੋਸਟਰ ਲਾਏ ਹੁੰਦੇ, ਮੈਂ ਫਲਾਣੀ ਬਿਮਾਰੀ ਠੀਕ ਕਰ ਦੂੰਗਾ, ਮੈਂ ਢਿਮਕਣੀ ਬਿਮਾਰੀ ਠੀਕ ਕਰ ਦੂੰਗਾ। ਪਹਿਲਾਂ ਤਾਂ ਮੈਨੂੰ ਆਹ ਦੱਸ ਦਿਓ ਕਿ ਵੀ ਜਿਹੜਾ ਮਫਲਰ ਹੈਗਾ ਵਾ ਇਹਦੇ ਵਿੱਚ ਕਿਹੜੀ ਸ਼ਕਤੀ ਹੈਗੀ ਆ ਜਿਹੜੀ ਇਹ ਉੱਡ ਲੋਕਾਂ ਨੂੰ ਸੁੱਟੀ ਜਾਂਦੀ ਹੈ? ਸਿਰਫ ਤੇ ਸਿਰਫ ਤੁਹਾਡਾ ਇੱਕ ਝੂਠਾ, ਤੁਸੀਂ ਝੂਠੇ ਆ, ਔਰ ਸਿਰਫ ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ। ਔਰ ਦੂਸਰਾ ਤੁਸੀਂ ਆਹ ਵੇਖੋ ਪਖੰਡ ਦੀ ਤੇ ਹੱਦ ਹੀ ਹੋ ਚੁੱਕੀ ਹੋਈ ਹੈ। ਤੇਲ ਦੇ ਨਾਲ ਬਰਜਿੰਦਰ ਪਾਸਟਰ ਦੇ ਤੇਲ ਦੇ ਨਾਲ ਜਿਹੜਾ ਕਿ ਬੰਦਾ ਜਿਹੜਾ ਨੌਕਰੀ ਲੱਗ ਗਿਆ, ਇਹ ਕਿਹੜਾ ਕਿੱਥੋਂ ਦਾ ਜੀ? ਤਰਕਸ਼ੀਲ ਸੁਸਾਇਟੀਆਂ ਕੀ ਵੇਖਦੀਆਂ ਪਈਆਂ? ਇਹ ਕਿਉਂ ਨਹੀਂ ਗੱਲ ਕਰਦੀਆਂ? ਕਿਉਂਕਿ ਇਹਨਾਂ ਦੀ ਸੋਚ ਜਿਹੜੀ ਹੈ ਕਾਮਰੇਡੀ ਹੈ, ਪੱਛਮੀ ਸੋਚ ਆ, ਉਹ ਸਾਰਿਆਂ ਦੀ ਇੱਕੋ ਹੀ ਸੋਚ ਆ, ਜਿਸ ਕਰਕੇ ਇਹ ਈਸਾਈ ਮਿਸ਼ਨਰੀਆਂ ਬਾਰੇ ਕਦੀ ਵੀ ਕੋਈ ਗੱਲ ਨਹੀਂ ਕਰਦਾ। ਦੇਖੋ ਜੀ, ਮੈਂ ਕਿਸੇ ਦੇ ਫੇਵਰ 'ਚ ਨਹੀਂ ਹੈਗਾ, ਪਰ ਮੈਂ ਇੱਕ ਗੱਲ ਕਰਦਾ ਵਾਂ ਕਿ ਵੀ ਬਦਨਾਮ ਜਾਂ ਉਹ ਸਨਾਤਨ ਦਾ ਪ੍ਰਚਾਰ ਕਰਦਾ ਪਿਆ ਵਾ, ਉਹ ਸਹੀ ਆ ਜਾਂ ਗਲਤ ਆ, ਉਹ ਪਰਮਾਤਮਾ ਔਰ ਲੇਖਾ ਉਹਨੂੰ ਦੇਣਾ ਪੈਣਾ। ਪਰ ਜਿਹੜੀ ਮੇਨ ਮੁੱਦਾ ਆਹ ਵਾ ਕਿ ਵੀ ਸਾਈ ਮਿਸ਼ਨਰੀਆਂ ਦਾ, ਕਿ ਜਦੋਂ ਉਹ ਗੱਲ ਕਰਦੀਆਂ ਪਈਆਂ ਸੀਗੀਆਂ ਉਦੋਂ ਤੇ ਕੋਈ ਬੋਲਿਆ ਨਹੀਂ। ਅੱਜ ਹਰ ਕੋਈ ਉੱਠ ਕੇ ਆ ਗਿਆ ਵਾ ਕਿ ਵੀ ਬਾਬਾ ਝੂਠਾ ਵਾ ਜੀ, ਉਹ ਨਿੱਕੂ ਵਾਲਾ ਬਾਬਾ। ਪਹਿਲੇ ਗੱਲ ਤਾਂ ਮੈਂ ਕਹਾਂ ਉਹ ਨਿੱਕੂ ਵਾਲਾ ਬਾਬਾ ਨਹੀਂ ਆ, ਉਹਦੀ ਪਛਾਣ ਨਿੱਕੂ ਵਾਲਾ ਬਾਬਾ ਨਹੀਂ, ਉਹਦੀ ਪਛਾਣ ਸਨਾਤਨ ਆ।
ਸਨਾਤਨ ਉਹਦੀ ਪਛਾਣ ਆ, ਉਹ ਸਨਾਤਨ ਦੀ ਪਛਾਣ ਆ। ਅੱਜ ਉਹ ਸਨਾਤਨ ਲੈ ਕੇ ਬੈਠਾ ਵਾ। ਜਿਹੜੀ ਇਹ ਸਾਈ ਮਿਸ਼ਨਰੀਆਂ ਵਾ, ਇਹਨਾਂ ਦੇ ਸ਼ੁਰੂ ਤੋਂ ਹੀ ਅੱਖਾਂ ਦੇ ਵਿੱਚ ਸਨਾਤਨ ਚੁੱਭਦਾ ਵਾ, ਭਗਵਾਨ ਚੁੱਭਦਾ ਵਾ। ਔਰ ਜਿਸ ਕਰਕੇ ਜਿਹੜੀਆਂ ਮੈਂ ਪਹਿਲਾਂ ਵੀ ਗੱਲ ਕਹੀ ਹੈ ਕਿ ਵੀ ਜਿਹੜੀ ਇਹਨੇ ਘਰ ਵਾਪਸੀਆਂ ਕਰਾਈਆਂ ਵਾ, ਮੇਨ ਜਿਹੜੀ ਖਲਬਲੀ ਇਹਨਾਂ ਦੇ ਵਿੱਚ ਉਹ ਜਿਹੜੀ ਮਚੀ ਆ। ਔਰ ਜਿਹੜਾ ਇਹਨੇ ਜਿਹੜੀ ਫਿਲਮ ਪਠਾਨ ਦਾ ਜਿਹੜਾ ਵਿਰੋਧ ਕੀਤਾ ਸੀਗਾ ਆਪਣੀ ਸਟੇਜ ਤੋਂ, ਉਸ ਤੋਂ ਬਾਅਦ ਜਿਹੜੀ ਇਹ ਕ੍ਰਿਟਿਸਿਜ਼ਮ ਜਿਹੜੀ ਸ਼ੁਰੂ ਹੋ ਚੁੱਕੀ ਹੈ। ਔਰ ABP ਨਿਊਜ਼ ਦਾ ਜਿਹੜਾ ਪੱਤਰਕਾਰ ਸੀਗਾ, ਉਹਦੇ ਬਾਰੇ ਆ ਕੇ ਵੀ ਉਹਨੇ ਸਾਰਾ ਆਪਣਾ ਡਾਟਾ ਦੱਸ ਦਿੱਤਾ ਸੀਗਾ। ਔਰ ਇਸ ਤੋਂ ਇਲਾਵਾ ਉਹਨੇ ਚੈਲੰਜ ਵੀ ਕੀਤਾ ਸੀਗਾ ਕਿ ਹੋਰ ਵੀ ਮੇਰੇ ਕੋਲ ਜੋ ਕੁਝ ਪੁੱਛਣਾ ਚਾਹੁੰਦਾ ਵਾ ਜੇ ਪੁੱਛ ਸਕਦਾ ਵਾ, ਪਰ ਉਸ ਸਮੇਂ ਕਿਸੇ ਨੇ ਨਹੀਂ ਕੋਈ ਜਵਾਬ ਦਿੱਤਾ। ਔਰ ਹੁਣ ਤੁਸੀਂ ਇੱਕ ਚੀਜ਼ ਆ, ਅੱਜ ਤੁਸੀਂ ਇੱਕ ਗੱਲ ਕਹਿ ਰਹੇ ਆ ਕਿ ਵੀ ਅੱਜ ਉਹਨੇ ਉਹਦੇ ਡਾਟਾ ਦੱਸ ਦਿੱਤਾ ਤੇ ਉਹ ਹੁਣ ਆਹ ਦੱਸੋ, ਹੁਣ ਉਹ ਦੱਸੋ। ਇਹ ਕਿੱਦਾਂ ਚੱਲਦੀ ਜਾਊਗਾ? ਇਹ ਕੋਈ ਪ੍ਰੀਖਿਆ ਥੋੜ੍ਹਾ ਹੈਗੀ ਹੈ ਕਿ ਵੀ ਬਾਰ-ਬਾਰ ਬੰਦਾ ਇੱਕੋ ਚੀਜ਼ ਦੀ ਪ੍ਰੀਖਿਆ ਦੇਈ ਜਾਵੇ। ਅਗਲੇ ਨੇ ਕਹਿ ਦਿੱਤਾ, ਜਦੋਂ ਉਹਨੇ ਕਹਿ ਦਿੱਤਾ ਹੈ ਕਿ ਵੀ ਸ਼ੁਰੇਆਮ ਤੁਸੀਂ ਆਓ ਮੇਰੇ ਕੋ, ਅੱਜ ਮੇਰੇ ਕੋ ਜੋ ਪੁੱਛਣਾ ਪੁੱਛ ਲਓ, ਕਿ ਬਾਰ-ਬਾਰ ਇਹ ਸਿਲਸਿਲਾ ਚੱਲਦਾ ਰਹੇਗਾ? ਬਾਰ-ਬਾਰ ਹੀ ਸਨਾਤਨ ਨੂੰ ਪ੍ਰੀਖਿਆ ਦੇਣੀ ਪੜੇਗੀ ਕਿ ਜਿਹੜੀ ਆਹ ਚੀਜ਼ਾਂ ਹੈਗੀਆਂ ਵਾ, ਇਹਨਾਂ ਦੀ ਪ੍ਰੀਖਿਆ ਕਦੀ ਕੌਣ ਲਵੇਗਾ? ਇਹਨਾਂ ਬਾਰੇ ਤਾਂ ਕੋਈ ਵੀ ਨਹੀਂ ਬੋਲਦਾ, ਸਾਰੇ ਮੌਨ ਧਾਰਨ ਕਰਕੇ ਬਹਿ ਜਾਂਦੇ ਆ। ਮੰਗ ਵਾ ਪਹਿਲੇ ਤਾਂ ਮੇਰੀ ਜਿਹੜੀ ਆ ਸਾਡਾ ਮੀਡੀਆ ਵਾ ਸਤਿਕਾਰਯੋਗ ਆ, ਮੈਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਤੁਸੀਂ ਸੰਵਿਧਾਨ ਦਾ ਜਿਹੜਾ ਚੌਥਾ ਸਤੰਭ ਆ, ਟਰਾਂਸਪੇਰੈਂਸੀ ਰੱਖੋ ਮੇਰਾ ਵੀਰ, ਕਿਉਂਕਿ ਟਰਾਂਸਪੇਰੈਂਸੀ ਦੇ ਨਾਲ ਹੀ ਲੋਕਾਂ ਦੇ ਸਾਹਮਣੇ ਜਿਹੜਾ ਵਾ ਕਿ ਉਹ ਜਿਹੜਾ ਸੱਚ ਸਾਹਮਣੇ ਨਿਕਲ ਕੇ ਆਏਗਾ ਔਰ ਲੋਕਾਂ ਨੂੰ ਜਿਹੜੀ ਇਹਨਾਂ ਦੀ ਅਸਲੀਅਤ ਪਤਾ ਲੱਗੇਗੀ। ਔਰ ਤੁਹਾਡੇ ਤੇ ਹੀ ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜਾ ਕਿ ਲੋਕਾਂ ਨੂੰ ਜਿਹੜਾ ਸਹੀ ਜਿਹੜੀ ਚੀਜ਼ ਤੁਹਾਡੇ ਹੀ ਥਰੂ ਤੁਹਾਡੇ ਮਾਧਿਅਮ ਦੇ ਨਾਲ ਹੀ ਜਾਵੇਗੀ। ਔਰ ਮੈਂ ਮੀਡੀਆ ਨੂੰ ਇਹੀ ਬੇਨਤੀ ਕਰਦਾ ਵਾਂ ਕਿ ਜੇ ਤੁਹਾਡੇ ਜਿਹੜੇ ਮਾਈਕ ਆ, ਇਹ ਕਿਸੇ ਬਲਿਸਟਿਕ ਮਿਸਾਈਲ ਤੋਂ ਘੱਟ ਨਹੀਂ ਹੈਗੇ। ਇਹ ਜਾ ਕੇ ਕਿਸੇ ਪਾਸਟਰਾਂ ਦੇ ਵੀ ਸੰਗ 'ਚ ਦਵੋ, ਜਾ ਕੇ ਉਹ ਵੀ ਦੱਸਣਗੇ ਜਿਹੜਾ ਨਾ ਸਾਡੀ ਉਹ ਕਿਹੜੀਆਂ ਸ਼ਕਤੀਆਂ ਵਾ, ਕਿਹੜੇ ਮਫਲਰ ਲਈ ਫਿਰਦੇ ਆ ਜਾਂ ਕਿਹੜਾ ਇਹ ਤੇਲ ਲਈ ਫਿਰਦੇ ਆ, ਜਿਨ੍ਹਾਂ ਦੇ ਨਾਲ ਸਰਕਾਰੀਆਂ ਨੌਕਰੀਆਂ ਲੱਗਦੀਆਂ। ਇੰਨਾ ਬੇਰੁਜ਼ਗਾਰ ਫਿਰਦਾ ਵਾ। ਮੈਂ ਇਹਨਾਂ ਨੂੰ ਕਹਿੰਦਾ ਨਾ, ਮੈਂ ਪੱਗ ਬੰਦਾ ਲੈ ਕੇ ਆ ਲੈਣਾ ਵਾ, ਕਈ ਬੇਰੁਜ਼ਗਾਰ ਮੈਂ ਲੈ ਕੇ ਆਣਾ, ਮੇਰੇ ਨਾਲ ਚੱਲੋ ਤੁਸੀਂ ਕਚਹਿਰੀ, ਜਿਹੜਾ ਇਹਨਾਂ ਦਾ ਭਰਤੀ ਦਫ਼ਤਰ ਹੈਗਾ, ਉੱਥੇ ਚੱਲੋ ਮੇਰੇ ਨਾਲ। ਕਿੰਨੇ ਬੇਰੁਜ਼ਗਾਰ ਹੈਗੇ, ਲਾਓ ਉਹਨਾਂ ਨੂੰ ਤੇਲ ਜਾ ਕੇ। ਅਸੀਂ ਆਪਣੇ ਜਿਹੜੀ ਮੇਰੀ NGO ਆ, ਮੈਂ ਆਪਣੇ ਵੱਲੋਂ ਖਰਚਾ ਕਰਦਾ ਤੁਹਾਡੇ ਤੇਲ ਦਾ, ਲਾ ਦਿਓ ਸਾਰਿਆਂ ਨੂੰ ਨੌਕਰੀਆਂ ਜਾਂ ਸਾਰਿਆਂ ਨੂੰ ਠੀਕ ਕਰ ਦਿਓ। ਉੱਥੇ ਦੇ ਨਾਲ ਕੋਈ ਗੱਲ ਨਹੀਂ ਨਿਕਲਣੀ। ਸਾਰੇ ਹੁਣ ਇਸ ਟਾਈਮ ਅੰਦਰ ਵੜ ਕੇ ਬੈਠੇ ਹੋਏ ਆ, ਕ੍ਰਿਟਿਸਾਈਜ਼ ਜਿਹੜੇ ਆ ਤਰਕਸ਼ੀਲ ਸੁਸਾਇਟੀਆਂ। ਮੈਂ ਫਿਰ ਤਰਕਸ਼ੀਲ ਸੁਸਾਇਟੀਆਂ ਨੂੰ ਇੱਕ ਬੇਨਤੀ ਕਰਦਾ, ਮੈਂ ਤਰਕਸ਼ੀਲ ਸੁਸਾਇਟੀਆਂ ਜਾਣ, ਪਾਸਟਰਾਂ ਕੋਲ ਵੀ ਜਾ ਕੇ ਗੱਲ ਕਰਨ ਕਿ ਵੀ ਇਹਨਾਂ ਕੋਲ ਕਿਹੜੀਆਂ ਇਹੋ ਮੰਤਰ ਸ਼ਕਤੀ ਜਿਹੜੇ ਕੁਛ ਕੀ ਲੈ ਕੇ ਬੈਠੇ ਹੋਏ ਆ, ਜਿਹੜੀਆਂ ਇਹ ਬਿਮਾਰੀਆਂ ਠੀਕ ਕਰਦੇ ਪਏ। ਕੁਛ ਵੀ ਨਹੀਂ ਹੈਗਾ, ਸਿਰਫ ਇਹਨਾਂ ਦਾ ਆਪਸੀ ਜਿਹੜਾ ਵਾ, ਇਹਨਾਂ ਦਾ ਜਿਹਨੂੰ ਕਹਿੰਦੇ ਨਾ ਗੜ ਟੁੱਟ ਗਿਆ ਵਾ, ਇਹਨਾਂ ਨੂੰ ਗੜ ਟੁੱਟਣ ਦੀ ਚਿੰਤਾ ਪਈ ਆ। ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੈਗਾ ਜੀ। ਬੱਕਰ ਬੋਰਡ ਕਬਜ਼ਾ ਲੈ ਕੇ ਦਿਖਾਓ। ਅਸੀਂ ਵੀ ਛਾਤੀ ਠੋਕ ਕੇ ਆ ਕੇ ਬੈਠੇ ਆ ਇੱਥੇ, ਇਹਨੇ ਕਿਹੜਾ ਬੱਕਰ ਬੋਰਡ ਦਾ ਬੰਦਾ ਆ ਕੇ। ਲਤੀਫਪੁਰ ਘਟਨਾ ਤੋਂ ਬਾਅਦ ਸਰਕਾਰਾਂ ਵੱਲੋਂ ਮੌਨ ਤਾਰ ਮੁੜ ਤੋਂ ਅੰਮ੍ਰਿਤਸਰ ਦੇ 850 ਪਰਿਵਾਰਾਂ ਨੂੰ ਉਜਾੜਨ ਤੋਂ ਨਹੀਂ ਰੋਕਿਆ ਜਾ ਰਿਹਾ, ਜਿਸ ਦੇ ਚੱਲਦੇ ਅੱਜ ਅੰਮ੍ਰਿਤਸਰ ਦੇ ਇੰਦਰਾ ਕਲੋਨੀ ਦੇ 850 ਤੋਂ ਜ਼ਿਆਦਾ ਪਰਿਵਾਰਾਂ ਉੱਪਰ ਵਕਫ ਬੋਰਡ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ਵਿੱਚ ਕੌਂਸਲਰ ਤਾਹਿਰ ਸ਼ਾਹ, ਸਮਾਜ ਸੇਵਕ ਸਲੀਮ ਪਹਿਲਵਾਨ ਅਤੇ ਆਪ ਆਗੂ ਵਰਿੰਦਰ ਸਹਿਦੇਵ ਵੱਲੋਂ ਇਲਾਕਾ ਨਿਵਾਸੀਆਂ ਨਾਲ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਚੱਲਦੇ ਮੌਕੇ ਤੇ ਪਹੁੰਚੀ ਵਕਫ ਬੋਰਡ ਦੀ ਟੀਮ ਵੱਲੋਂ ਲੋਕਾਂ ਦੇ ਰੋਸ ਨੂੰ ਦੇਖਦਿਆਂ ਬਿਨਾਂ ਕਾਰਵਾਈ ਵਾਪਸ ਚਲੀ ਗਈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦੇਣ ਤੇ ਇਲਾਕਾ ਨਿਵਾਸੀਆਂ ਵੱਲੋਂ ਧਰਨਾ ਚੁੱਕਿਆ ਗਿਆ। 21 ਸਾਲ ਬਾਅਦ ਉਹਨਾਂ ਨੂੰ ਸੰਮਨ ਆਇਆ ਹੈ, ਉਹ ਮੇਰੇ ਕੋਲ ਡੈਥ ਸਰਟੀਫਿਕੇਟ ਵੀ ਹੈ ਤੇ ਕੋਰਟ ਦਾ ਸੰਮਨ ਵੀ ਹੈ, ਉਹ ਮੈਂ ਫੋਟੋਕਾਪੀ ਕਹੋਗੇ ਤੇ ਤੁਹਾਡੇ ਮਾਧਿਅਮ ਥਰੂ ਉਹਨਾਂ ਨੂੰ ਪਹੁੰਚਾ ਦਾਂਗਾ। ਮੰਗ ਕੀ ਕਰਦੇ ਮੰਗ ਆਇਓ ਕਰਦੇ ਜੀ, ਜਗ੍ਹਾ ਜੇ ਇਹਨਾਂ ਦੀ ਹੈਗੀ ਨਹੀਂ ਵਕਫ ਬੋਰਡ ਦੀ ਤੇ ਕਿਉਂ ਤੰਗ ਕਰਦੇ ਸਾਨੂੰ? ਅੱਜ ਮੇਰੇ ਵੱਲ ਆ ਜਾਂਦੇ ਆ, ਕੱਲ ਕਿਸੇ ਵਾਰ ਆਉਂਦੇ ਆ, ਇੱਕ ਹੀ ਕਰਕੇ ਕਦੀ ਉਹਨੂੰ ਕਰ ਕਦੀ ਉਹਨੂੰ ਕਰ, ਤੰਗ ਕਰਦੇ। ਆਪਾਂ ਤੰਗ ਹੋ ਗਏ ਆ, ਬਾਲ ਬੱਚੇਦਾਰ ਰਹਿਣ ਵਾਸਤੇ ਨਹੀਂ ਜੀ, ਨਹੀਂ, ਬੜੀ ਮੁਸ਼ਕਲ ਨਾਲ 2003 ਚ ਆਪਾਂ ਜਗ੍ਹਾ ਖਰੀਦੀ ਸੀ 2.5 ਲੱਖ ਰੁਪਏ ਦੀ, ਮੇਰੇ ਕੋਲ ਉਹਦੇ ਕਾਗਜ਼ ਵੀ ਗਏ ਤੇ ਜਿਹਦੇ ਕੋ ਮੈਂ ਲਿੱਤੀ ਹੈ ਉਹਨੇ ਵੀ ਕਿਸੇ ਕੋਲ ਲਿੱਤੀ ਸੀ ਜਗ੍ਹਾ 1,25,000 ਦੀ, ਔਰ ਕੋ ਵੀ ਉਹ ਮੇਰੇ ਕੋਲ ਉਹ ਵੀ ਕਾਗਜ਼ ਗਏ ਆ। ਜੋ ਕਹੋਗੇ ਤਾਂ ਮੈਂ ਤੁਹਾਨੂੰ ਦੇ ਸਕਦਾ ਵਾ। ਤੇ ਪਰ ਇਹ ਮੈਨੂੰ ਸਮਝ ਨਹੀਂ ਆਈ ਕਿ ਮੇਰੇ ਫਾਦਰ ਸਾਹਿਬ ਦੀ ਡੈਥ ਕਟਰਾ ਦੂਲੋ ਚ ਹੋਈ ਹੈ 1999 ਚ, ਤੇ 2010 ਚ ਵਕਫ ਬੋਰਡ ਨੇ ਉਹਨਾਂ ਦੇ ਨਾਮ ਤੇ ਸੰਮਨ ਕਿੱਦਾਂ ਭੇਜਦੇ? ਮਤਲਬ ਕੋਰਟ ਨੂੰ ਕੁਝ ਤੇ ਹੁਣ ਆਇਓ ਚਾਹੁੰਦੇ ਆ ਜੀ ਕਿ ਨਾ ਤੰਗ ਕਰਨ ਸਾਨੂੰ, ਸਾਰੇ ਆਇਓ ਚਾਹੁੰਦੇ ਆ ਕਿ ਤੰਗ ਨਾ ਕੀਤਾ ਜਾਵੇ ਸਾਨੂੰ। ਨਾਮ ਦੱਸਿਓ। ਵਰਿੰਦਰ ਸਹਿਦੇਵ, ਵਾਰਡ ਨੰਬਰ 68 ਤੋਂ ਮੈਂ ਰਹਿਣ ਵਾਲਾ ਜੀ। ਕੀ ਕਹਿਣਾ ਚਾਹੋਗੇ ਜਿਹੜਾ ਪ੍ਰੋਟੈਸਟ ਕੀਤਾ ਗਿਆ ਅੱਜ ਦੇ ਪ੍ਰੋਟੈਸਟ ਬਾਰੇ ਸਾਰੇ ਹੀ ਭਲੀ ਭਾਂਤੀ ਜਾਣਦੇ ਨੇ ਕਿ ਸਾਡੇ ਝਬਾਲ ਰੋਡ ਤੇ 850 ਦੇ ਕਰੀਬ ਘਰ ਨੇ ਜਿਨ੍ਹਾਂ ਨੂੰ ਵਕਫ ਬੋਰਡ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ, ਤੰਗ ਕੀਤਾ ਜਾ ਰਿਹਾ। ਹਰ ਹਫਤੇ 10 ਦਿਨ ਬਾਅਦ 100-200 ਪੁਲਿਸ ਮੁਲਾਜ਼ਮ ਲਿਆ ਕੇ ਲਾਲਾ ਹੋ ਜਾਂਦੀ ਹੈ। ਲੋਕ ਸਹਿਮੇ ਹੋਏ ਨੇ। ਲਤੀਫਪੁਰ ਦੀ ਘਟਨਾ ਨੂੰ ਵੀ ਵੇਖ ਕੇ ਲੋਕਾਂ ਦੇ ਵਿੱਚ ਘਬਰਾਹਟ ਹੈ। ਜਦੋਂ ਵਕਫ ਬੋਰਡ ਵਾਲੇ ਆ ਕੇ ਇਹਨਾਂ ਜ਼ਮੀਨਾਂ ਤੇ ਆਪਣਾ ਦਾਅਵਾ ਦੱਸਦੇ ਆ, ਅਸੀਂ ਉਹਨਾਂ ਨੂੰ ਇੱਕੋ ਹੀ ਸਵਾਲ ਕਰਦੇ ਹਾਂ ਕਿ ਭਾਈ ਆਪਣੀ ਮਾਲਕੀਅਤ ਦਿਖਾਓ। ਜੇ ਜ਼ਮੀਨ ਤੁਹਾਡੀ ਹੈ ਤੇ ਇੱਥੇ ਕੋਈ ਤੁਹਾਡੀ ਡੀਮਾਰਕੇਸ਼ਨ ਹੈਗੀ ਹੈ?
ਕੋਈ ਨਿਸ਼ਾਨ ਹੈਗਾ। ਇੱਕ ਛੋਟਾ ਜਿਹਾ ਘਰ ਅਸੀਂ ਬਣਾਉਂਦੇ ਹਾਂ 25 ਗਜ ਦਾ, ਤੇ ਬਾਹਰ ਕਿੱਡੀ ਵਧੀਆ 3000 ਰੁਪਇਆ ਖਰਚ ਕੇ ਨੇਮ ਪਲੇਟ ਲਗਾਉਂਦੇ ਆ ਕਿ ਇਹ ਸੋ ਐਂਡ ਸੋ ਦਾ ਘਰ ਹੈਗਾ। ਤੇ ਜੇ ਵਕਰ ਬੋਰਡ ਦੀ ਜ਼ਮੀਨ ਹੈ ਤੇ ਕੀ ਜਾ ਕੇ ਵੇਖੋ ਇਲਾਕੇ 'ਚ ਕੋਈ ਬੋਰਡ ਲੱਗਾ, ਕੋਈ ਡੀਮਾਰਕੇਸ਼ਨ ਹੈਗੀ ਹੈ। ਜਿਹੜੀ ਜ਼ਮੀਨ ਦਾ ਕਬਜ਼ਾ ਲੈਣਾ ਚਾਹ ਰਹੇ ਨੇ, ਤੁਹਾਡੇ ਥਰੂ ਮੈਂ ਸਾਰੀ ਪਬਲਿਕ ਨੂੰ ਔਰ ਈਵਨ ਦੈਨ ਵਕਰ ਬੋਰਡ ਨੂੰ ਦੱਸਣਾ ਚਾਹੁੰਦਾ, ਸੰਨ 47 ਤੋਂ ਲੈ ਕੇ ਅੱਜ ਤੱਕ ਇਹ 30 ਕਨਾਲਾ ਜ਼ਮੀਨ ਜਿਹੜੀ ਹੈ ਉਹ ਸੈਂਟਰ ਗਵਰਨਮੈਂਟ ਦੀ ਹੈ। ਇਹ ਲੋਕ ਜਿਹੜੇ ਬੈਠੇ ਹੋਏ ਨੇ ਸੈਂਟਰ ਗਵਰਨਮੈਂਟ ਦੀ ਜ਼ਮੀਨ ਤੇ ਬੈਠੇ ਨੇ। ਸੈਂਟਰ ਗਵਰਨਮੈਂਟ ਨੇ ਇਹ ਜ਼ਮੀਨ ਸਰਦਾਰ ਗੁਰਬਖਸ਼ ਸਿੰਘ ਦੇ ਨਾਂ ਤੇ 150 ਰੁਪਇਆ ਮਹੀਨਾ ਕਿਰਾਏ ਤੇ ਦਿੱਤੀ ਹੋਈ ਸੀਗੀ। ਠੀਕ ਹੈ, ਇਹਦੇ ਵਿੱਚ ਇਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ। ਇੱਕ ਇੱਕ ਇੱਟ ਜੋੜ ਕੇ ਇਹਨਾਂ ਨੇ ਆਪਣੇ ਘਰ ਬਣਾਏ ਨੇ, ਨਿੱਕੇ ਨਿੱਕੇ ਬੱਚਿਆਂ ਨੂੰ ਪਾਲ ਕੇ ਜਵਾਨ ਕੀਤਾ ਹੈ। 25-25 30 ਗਜ ਦੇ ਘਰ ਨੇ, ਲੋਕੀ ਸਹਿਮੇ ਹੋਏ ਨੇ। ਲੋਕਾਂ ਨੂੰ ਵਕਰ ਬੋਰਡ ਵੱਲੋਂ ਬਹੁਤ ਬੁਰੀ ਤਰ੍ਹਾਂ ਸਰਕਾਰ ਨਿਰਾਸ਼ ਕਹਿੰਦੀ ਕੀਤਾ ਜਾ ਕਿ ਰਿਹਾ। ਲਤੀਫਪੁਰ ਵਾਲੀ ਘਟਨਾ ਦੁਬਾਰਾ ਦੁਹਰਾਈ ਨਹੀਂ ਜਾਏਗੀ ਤੇ ਦੂਜੇ ਪਾਸੇ ਕਾਰਵਾਈਆਂ ਹੋ ਰਹੀਆਂ। ਕੀ ਕਹਿਣਾ? ਦੇਖੋ ਜੀ, ਮੈਂ ਵੀ ਇਸ ਸਰਕਾਰ ਦਾ ਹਿੱਸਾ। ਅਸੀਂ ਇਸ ਮੁਹਿੰਮ ਨੂੰ ਬਿਨਾਂ ਕਿਸੇ ਪੋਲੀਟੀਕਲ ਮੋਟਿਵ ਦੇ ਲੈ ਕੇ ਚੱਲੇ ਆ। ਮੇਰੇ ਨਾਲ ਇੱਥੋਂ ਦੇ ਮੌਜੂਦਾ ਕੌਂਸਲਰ ਤਾਹਿਰ ਸ਼ਾਹ, ਰਾਜੇਸ਼ ਜੀ, ਸ਼ਿਵ ਸੈਨਾ ਵਾਲੇ ਲੋਕ ਨੇ। ਅਸੀਂ ਸਾਰੇ ਲੋਕ ਰਲ ਕੇ ਲੋਕਾਂ ਦੀਆਂ ਛੱਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਈ ਪੋਲੀਟੀਕਲ ਮਾਟੋ ਕਿਸੇ ਦਾ ਨਹੀਂ ਹੈਗਾ ਔਰ ਨਾ ਅਸੀਂ ਪੋਲਿਟਿਕਸ ਇਸ ਗੇਮ ਦੇ ਵਿੱਚ ਆਉਣ ਦੇਵਾਂਗੇ। ਕੀ ਨਹੀਂ ਬੜੇ ਅੱਜ ਜੀ ਜਦੋਂ ਆਏ ਸੀ? ਹਾਂਜੀ, ਐਸਐਚਓ ਸਾਹਿਬ ਸਾਨੂੰ ਇਹ ਕਹਿ ਕੇ ਗਏ ਨੇ ਕਿ ਵੀ ਤੁਸੀਂ ਰੋਡ ਨਾ ਰੋਕੋ, ਲੋਕਾਂ ਨੂੰ ਆਵਾਜਾਈ 'ਚ ਤਕਲੀਫ ਹੁੰਦੀ ਹੈ। ਮੇਰੀ ਗਰੰਟੀ ਹੈ ਕਿ ਜਦੋਂ ਇਹ ਕੋਈ ਆਉਣਗੇ ਵਕਰ ਬੋਰਡ ਵਾਲੇ, ਪਹਿਲਾਂ ਥਾਣੇ ਉਹਨਾਂ ਨੇ ਰਿਪੋਰਟ ਕਰਨੀ ਹੈ। ਮੈਂ ਤੁਹਾਡੇ ਨਾਲ ਬਹਿ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਮੇਰੀ ਵਾਰਡ ਦੇ ਵਿੱਚ ਬਹੁਤ ਚਿਰ ਦਾ ਇਹ ਵਕਫ ਬੋਰਡ ਦਾ ਜਿਹੜਾ ਮਸਲਾ ਛਿੜਿਆ ਹੋਇਆ ਵਾ। ਅੱਜ ਵਕਫ ਬੋਰਡ ਨੇ ਮੇਰੀ ਵਾਰਡ ਦੇ ਵਿੱਚ ਗਰੀਬ ਮਾਤਰ ਲੋਕ ਰਹਿ ਰਹੇ, ਉਹਨਾਂ ਵਿੱਚੋਂ ਇੱਕ ਘਰ ਮੇਰੇ ਵੀਰ ਮੰਨੇ ਉਹਨਾਂ ਦਾ ਪੋਜੀਸ਼ਨ ਲੈਣ ਕਹਿੰਦੇ ਸੀ ਆਣਾ ਆ। ਉਸ ਕਰਕੇ ਅੱਜ ਜਿਹੜਾ ਮੈਂ ਉੱਥੇ ਆਪਣੀ ਵਾਰਡ ਦੇ ਨਾਲ ਸਹਿਯੋਗ ਲੈ ਕੇ ਉਹਨਾਂ ਦਾ, ਆਪਣੇ ਵਰਿੰਦਰ ਸਾਹਿਬ ਜੀ ਦਾ ਸਹਿਯੋਗ ਲੈ ਕੇ ਅਸੀਂ ਉੱਥੇ ਰੋਡ ਪ੍ਰਦਰਸ਼ਨ, ਰੋਡ ਬੰਦ ਕੀਤਾ ਆ, ਧਰਨਾ ਲਾਇਆ ਵਾ। ਤੇ ਜਦੋਂ ਧਰਨਾ ਲਾਉਣ ਤੋਂ ਬਾਅਦ ਹੁਣ ਵਕਫ ਬੋਰਡ ਕਹਿੰਦੇ ਆ ਕਿ ਨਹੀਂ ਜੀ ਨਹੀਂ, ਅਸੀਂ ਨਹੀਂ ਆਣਾ। ਠੀਕ ਹੈ, ਇਸੇ ਤਰੀਕੇ ਤੋਰੀ ਵੀ ਨਹੀਂ। ਉਦੋਂ ਕਹਿੰਦੇ ਸੀ ਕਿ ਕਿੰਨਾ ਡੋਨੇਸ਼ਨ ਲੈਣਾ ਸੀ, ਪਤਾ ਨਹੀਂ ਲੱਖ 1.5 ਲੱਖ ਡੋਨੇਸ਼ਨ ਹੀ ਮੰਗਦੇ ਸੀ। ਫਿਰ ਜਦੋਂ ਥੋੜਾ ਜਿਹਾ ਕੰਮ ਹੋਰ ਛੇੜਿਆ, ਫਿਰ ਇਹ ਡੋਨੇਸ਼ਨ ਤੇ ਆ ਗਏ ਕਿ ਸਾਨੂੰ 25,000 ਡੋਨੇਸ਼ਨ ਦੇ ਦਿਓ, ਕਿ ਬਾਕੀ ਨਹੀਂ ਜੇ ਅਸੀਂ ਕਿਰਾਇਆ ਦੋ, ਤੁਸੀਂ 2000 ਕਿਰਾਇਆ ਸਾਡੇ ਨਾਲ ਕਰ ਲਓ ਜੀ, 2000 ਕਿਰਾਇਆ ਕਰ ਲਓ, 25,000 ਸਾਨੂੰ ਡੋਨੇਸ਼ਨ ਦੇ ਦਿਓ। ਫਿਰ ਜਦੋਂ ਧਰਨਾ ਲਾਇਆ ਪਿਛਲੀ ਵਾਰੀ, ਉਦੋਂ ਇਹ ਕਹਿੰਦੇ ਨਹੀਂ ਜੀ ਨਹੀਂ, ਸਾਡੀ ਡੋਨੇਸ਼ਨ ਦੀ ਤੇ ਕੋਈ ਗੱਲ ਹੀ ਨਹੀਂ ਹੋਈ। ਇਹਦਾ ਮਤਲਬ ਇਹ ਹਰ ਗੱਲ ਤੇ ਝੂਠੇ ਪੈਂਦੇ ਆ। ਜਦੋਂ ਗੱਲਾਂ ਕੁਛ ਕਰਦੇ ਆ, ਬਾਅਦ ਵਿੱਚ ਇਹ ਕੁਛ ਕਰਦੇ। ਇਸ ਹਿਸਾਬ ਨਾਲ ਹੈਗਾ ਕੀ ਆ, ਅਸੀਂ ਸਹਿ ਦੇ ਭਾਈ ਉਹਨਾਂ ਨਾਲ ਰਲ ਕੇ ਅਸੀਂ ਇਹਨਾਂ ਦੇ ਪਟਵਾਰਖਾਨੇ ਦੇ ਵਿੱਚੋਂ ਜਗ੍ਹਾ ਜਿਹੜੀ ਦੇਖੀ ਹੈ ਕਿ ਵਾਕਈ ਇਹ ਮਾਲਕ ਹੈਗੇ ਵੀ ਆ ਕਿ ਨਹੀਂ, ਕਿ ਨਜਾਇਜ਼ ਹੀ ਆਪਣੇ ਆਪ ਨੂੰ ਮਾਲਕ ਸ਼ੋਅ ਕਰੀ ਜਾਂਦੇ। ਇਹਨਾਂ ਦੇ ਨਾਲ ਜਾ ਕੇ ਜਦੋਂ ਇਹਨਾਂ ਨੇ ਮੈਨੂੰ ਦਿਖਾਇਆ, ਆਪ ਵੀ ਇਹਨਾਂ ਨੇ ਵੇਖਿਆ ਕਿ 1945 ਤੱਕ ਇਹਨਾਂ ਨੇ ਦੇਖਿਆ ਕਿ ਇਹ ਹਾਲੇ ਤਾਂ ਉਦੋਂ ਤੱਕ 1945 ਤੱਕ ਵਕਫ ਬੋਰਡ ਦੀ ਕੋਈ ਮਾਲਕੀ ਨਹੀਂ ਹੈਗੀ ਹੈ। ਜਿਹੜੀ ਜਗ੍ਹਾ ਹੈਗੀ ਹੈ ਸੈਂਟਰ ਗਵਰਨਮੈਂਟ ਦੇ ਅੰਦਰ ਆਂਦੀ ਹੈ, ਸੈਂਟਰ ਦੀ ਜਗ੍ਹਾ ਸ਼ੋਅ ਹੁੰਦੀ ਪਈ ਹੈ। ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪਣੀ ਜਗ੍ਹਾ ਕਹੀ ਜਾਂਦੇ ਆ। ਮੈਂ ਤੁਹਾਡੇ ਚੈਨਲ ਰਾਹੀਂ ਇਹੀ ਵਕਫ ਬੋਰਡ ਨੂੰ ਵੀ ਕਹਿਣਾ ਚਾਹਾਂਗਾ ਕਿ ਜੇ ਤੁਹਾਡੀ ਜਗ੍ਹਾ ਵਾ, ਸਾਨੂੰ ਕੋਈ ਨਿਸ਼ਾਨਦੇਹੀ ਦਿਓ, ਕੋਈ ਹੱਦਬੰਦੀ ਦੱਸੋ, ਕਿੱਥੋਂ ਤੱਕ ਤੁਹਾਡੀ ਜਗ੍ਹਾ ਵਾ, ਕਿੰਨੀ ਜਗ੍ਹਾ ਵਾ, ਕੀ ਮੈਟਰ ਹੈ ਤੁਹਾਡਾ। ਕਿੰਨੇ ਕੁ ਪ੍ਰਭਾਵ ਜੀ ਇਹੀ ਪਰਿਵਾਰ, ਇਹੀ ਵਕਫ ਬੋਰਡ ਲਈ ਕਹਿੰਦੇ 850 ਘਰ ਹੈਗਾ ਵਾ। ਇਹੀ ਹੁਣ 850 ਘਰ ਇਹ ਦੱਸਣ ਨਾ ਕਿ ਕਿਹੜਾ ਹੈਗਾ ਵਾ, ਕਿਹੜੇ ਬੰਨੇ ਦਾ ਹੈਗਾ ਵਾ। ਇਧਰਲੀ ਸਾਈਡ ਦਾ ਵਾ, ਭੱਦਰਕਾਲੀ ਸਾਈਡ ਦਾ ਵਾ, ਨੀਵੀਂ ਬਾਦੀ ਦਾ ਵਾ, ਇੰਦਰਾ ਕਲੋਨੀ ਦਾ ਵਾ, ਬੰਗਲਾ ਕਲੋਨੀ ਦਾ ਵਾ, ਕਿਹੜੀ ਸਾਈਡ ਦਾ ਦੱਸਦੇ ਵੀ ਨਹੀਂਗੇ। ਬਸ ਦੇਖੋ ਜੀ, ਸਰਕਾਰਾਂ ਦੇ ਬੜਾ ਕੁਝ ਕਹਿ ਰਹੀਆਂ। ਤੁਸੀਂ ਲਤੀਫਪੁਰੇ ਵੀ ਦੇਖਿਆ ਹੋਣਾ, ਲਤੀਫਪੁਰੇ ਤੋਂ ਵੀ ਮੈਂ ਕਾਫੀ ਡਰਿਆ। ਮੈਨੂੰ ਵੀ ਹੈਗਾ ਵਾ ਕਿਤੇ ਮੇਰੀ ਵਾਰਡ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਾ ਹੋ ਜੇ। ਤਾਂ ਕਰਕੇ ਮੈਂ ਪਹਿਲਾਂ ਤਾਂ ਹੀ ਆਪਣੀ ਵਾਰਡ ਨੂੰ ਥੋੜਾ ਕੀਤਾ ਵਾ ਜਾਗਰੂਕ ਕਿ ਯਾਰ ਆਪਾਂ ਜੇ ਲਤੀਫਪੁਰੇ ਵਾਂਗੂ ਸੁੱਤੇ ਰਹਿ ਗਏ ਤੇ ਕਿਤੇ ਸਾਡੇ ਨਾਲ ਵੀ ਉਹ ਕੰਮ ਨਾ ਹੋ ਜੇ। ਅਸੀਂ ਵੀ ਇਸ ਕਰਕੇ ਹੀ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਧਰਨਾ ਲਾਇਆ ਕਿ ਭਰਾਵਾ ਦਿਲਾਂ ਦੇ ਅੰਦਰ ਨਾ ਆਣ, ਅਸੀਂ ਪਹਿਲਾਂ ਬਾਹਰ ਹੀ ਇਹਨਾਂ ਦੀ ਰੋਕਥਾਮ ਕਰ ਲਈਏ। ਕਿ ਗਰੀਬਾਂ ਦੇ ਘਰ ਵੇਖੋ, ਕਿਉਂਕਿ ਲੋਕਾਂ ਨੇ ਇੱਕ ਇੱਕ ਦੋ ਦੋ ਪੀੜ੍ਹੀਆਂ ਆਪਣੀਆਂ ਗਾਲ ਕੇ ਫਿਰ ਇੱਥੇ ਘਰ ਬਣਾਏ ਹੋਏ, ਕਿਉਂਕਿ ਇੱਥੇ ਕੋਈ ਲੈਂਡਲੋਰਡ ਕੋਈ ਸ਼ਾਹੂਕਾਰ ਨਹੀਂ ਰਹਿ ਰਹੇ। ਇੱਥੇ ਲੋਕਾਂ ਦੇ ਘਰਾਂ ਕੰਮ ਕਰਨ ਵਾਲੇ, ਘਰਾਂ ਦੇ ਵਿੱਚ ਜਿਵੇਂ ਜਨਾਨੀਆਂ ਭਾਂਡੇ ਮਾਂਜਦੀਆਂ ਵਾ, ਲੇਡੀਜ਼, ਸਾਰਾ ਪਰਿਵਾਰ ਕੰਮ ਕਰਦਾ ਵਾ ਤੇ ਫੇਰ ਘਰ ਦੀ ਰੋਟੀ ਚੱਲਦੀ ਆ। ਹਾਂਜੀ, ਅਸੀਂ ਚਾਹੁੰਦੇ ਆ ਕਿ ਜਿਹੜੀ ਇਹਨਾਂ ਦੀ ਚੀਜ਼ ਹੈ ਇਹਨਾਂ ਨੂੰ ਦੇ ਦਿੱਤੀ ਜਾਵੇ, ਇਹਨਾਂ ਦੇ ਨਾਲ ਰਜਿਸਟਰੀਆਂ ਕਰ ਦਿੱਤੀ ਜਾਣ। ਇਹੀ ਮੇਰੀ ਇਹੀ ਮਨਸ਼ਾ ਵਾ। ਇਹਨਾਂ ਸਾਰਿਆਂ ਦੀ ਵੀ ਇਹੀ ਚਾਹ ਹੈਗੀ ਕਿ ਜਿਹੜੀ ਜਿਹੜੀ ਚੀਜ਼ ਇਹਨਾਂ ਦੀ ਹੈਗੀ ਇਹਨਾਂ ਨੂੰ ਦੇ ਦਿੱਤੀ ਜਾਵੇ। ਅਸੀਂ ਵੈਰੀਫਾਈ ਕਰਦੇ ਆ ਸਾਰਾ, ਵੈਰੀਫਾਈ ਕਰਾਂਗੇ। ਵੱਲੋਂ ਕੋਈ ਤਾਜੀ ਕਾਰਵਾਈ ਦਿੱਤੀ ਗਈ ਤੁਹਾਨੂੰ? ਉਹ ਮੈਂ ਵੇਖ ਲੈਣਾ, ਹਜੇ ਤੱਕ ਤਾਂ ਨਹੀਂ ਕੋਈ ਦਿੱਤੀ ਗਈ, ਪਰ ਵੇਖਦੇ ਆ।
ਪਰ ਫਿਰ ਵੀ ਸਰ ਇੰਨਾ ਭੜਕਾਊ ਕੰਮ ਹੋ ਗਿਆ, ਲੋਕ ਦਰੀਆਂ ਵਿਛਾ ਕੇ ਸੜਕਾਂ ਦੇ ਉੱਤੇ ਬਹਿ ਗਏ ਆ। ਬੱਕਰ ਬੋਰਡ ਕੋਈ ਕਾਗਜ਼ੀ ਕਾਰਵਾਈ ਹੈਗੀ ਨਹੀਂ ਆ ਜਾਂ ਹੈਗੀ ਆ? ਉਹ ਵੇਖ ਲੈਨੇ, ਮੈਂ ਆਖਿਆ ਵੈਰੀਫਾਈ ਕਰ ਲੈਨੇ ਆ। ਮੈਂ ਤੇ ਇਹਨਾਂ ਨੂੰ ਪਤਾ ਲੱਗਾ ਵੀ ਧਰਨਾ ਲਾਇਆ ਤੇ ਇਸੇ ਲਈ ਆਇਆ। ਕੋਈ ਕਾਰਵਾਈ ਕੋਈ ਨਹੀਂ ਅਜੇ ਤੱਕ, ਨਾ ਕੋਈ ਆਈ ਆ ਨਾ ਕੋਈ ਕੀਤੀ। ਅਸੀਂ ਐਸਐਚਓ ਸਾਹਿਬ ਨੂੰ ਪੰਜਾਬ ਵਿੱਚ ਕੜਾਕੇ ਦੀ ਠੰਡ ਇੱਕ ਵਾਰ ਫਿਰ ਦਸਤਕ ਦੇਣ ਲਈ ਤਿਆਰ ਹੈ। ਆਉਣ ਵਾਲੇ 2 ਦਿਨਾਂ 'ਚ ਬਾਰਿਸ਼ ਅਤੇ ਪਹਾੜਾਂ ਤੇ ਬਰਫ਼ਬਾਰੀ ਨਾਲ ਤਾਪਮਾਨ 'ਚ ਗਿਰਾਵਟ ਆਵੇਗੀ, ਜਿਸ ਨਾਲ ਠੰਡ ਵਧੇਗੀ। ਇਸ ਸੰਬੰਧੀ ਜਾਣਕਾਰੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਡਾਕਟਰ ਕੇ ਗਿੱਲ ਨੇ ਦਿੱਤੀ ਹੈ। लगातार पिछली गर्मी से सबसे बाद मोट टेम्परेचर बचा है, लेकिन एक बार फिर से जो है स्नोफॉल भी रही है, मौसम की कुछ बरसात वगैरह। ਹਾਂਜੀ, ਜਿਹੜੀ ਪਹਾੜਾਂ ਦੇ ਉੱਪਰ ਬਰਫ਼ਬਾਰੀ ਹੋ ਰਹੀ ਹੈ ਉਹਦਾ ਮੈਦਾਨੀ ਇਲਾਕਿਆਂ ਤੇ ਵੀ ਅਸਰ ਦਿਖਦਾ ਨਜ਼ਰ ਆ ਰਿਹਾ ਹੈ। ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਟੈਂਪਰੇਚਰ ਦੇ ਵਿੱਚ ਵੀ ਬੜੀ ਵੇਰੀਏਸ਼ਨ ਹੈਗੀ ਹੈ। 1-2 ਦਿਨਾਂ ਤੋਂ ਜਿਹੜਾ ਟੈਂਪਰੇਚਰ ਦਿਨ ਦਾ ਜਿਹੜਾ ਟੈਂਪਰੇਚਰ ਉਹ 20 ਡਿਗਰੀ ਰਿਕਾਰਡ ਕੀਤਾ ਜਾ ਰਿਹਾ ਹੈ, ਜਿਹੜਾ ਕਿ ਨਾਰਮਲ ਤੋਂ ਆਪਾਂ ਦੇਖ ਸਕਦੇ ਹਾਂ ਜ਼ਿਆਦਾ 2-3 ਡਿਗਰੀ ਜ਼ਿਆਦਾ ਚੱਲ ਰਿਹਾ ਹੈ। ਔਰ ਰਾਤ ਦਾ ਟੈਂਪਰੇਚਰ ਵੀ ਪਿਛਲੇ ਹਫਤੇ ਆਪਾਂ ਦੇਖਿਆ ਕਿ ਜਿਹੜਾ ਨਾਰਮਲ ਨਾਲੋਂ ਕਾਫੀ ਘੱਟ ਸੀਗਾ, ਪਰ ਹੁਣ ਥੋੜਾ ਜਿਹਾ ਨਾਈਟ ਟੈਂਪਰੇਚਰ ਵੀ ਔਨ ਦਾ ਹਾਇਰ ਸਾਈਡ ਰਿਕਾਰਡ ਕੀਤਾ ਗਿਆ। ਜੋ ਟੈਂਪਰੇਚਰ ਦੇ ਜ਼ਿਆਦਾ ਚੱਲ ਰਹੇ ਨੇ, ਦੈਟ ਇਜ਼ ਦਾ ਇੰਡੀਕੇਸ਼ਨ ਆਫ ਵੈਸਟਰਨ ਡਿਸਟਰਬੈਂਸਸ ਇਨ ਪੰਜਾਬ। ਸੋ ਪੰਜਾਬ ਦੇ ਵਿੱਚ ਇੱਕ ਪੱਛਮੀ ਚੱਕਰਵਾਤ ਜਿਹੜਾ ਉਹ ਅਪਰੋਚ ਕਰ ਰਿਹਾ, ਜਿਹਦੇ ਮੱਦੇਨਜ਼ਰ 24-25 ਨੂੰ ਅਸੀਂ ਬਾਰਿਸ਼ ਐਕਸਪੈਕਟ ਕਰ ਰਹੇ ਹਾਂ ਕਿ 24-25 ਨੂੰ ਜਿਹੜੀਆਂ ਸ਼ਾਵਰਸ ਹੋ ਸਕਦੇ ਆ ਪੰਜਾਬ ਦੇ ਵਿੱਚ। ਔਰ ਉਸ ਤੋਂ ਬਾਅਦ ਫਿਰ ਇੱਕ ਵੈਸਟਰਨ ਡਿਸਟਰਬੈਂਸ ਆਉਣ ਦੀ ਸੰਭਾਵਨਾ ਹੈਗੀ ਹੈ 28 ਦੇ ਨੇੜੇ। ਸੋ ਐਂਡ ਆਫ ਜਨਵਰੀ, ਮਤਲਬ ਇਸ ਮਹੀਨੇ ਦੇ ਅਖੀਰ ਤੱਕ ਜਿਹੜਾ ਇਸ ਤਰ੍ਹਾਂ ਦਾ ਹੀ ਮੌਸਮ ਰਹੇਗਾ। ਛੋਟੀ ਛੋਟੀ ਬੱਦਲਵਾਈ ਰਹੇਗੀ ਔਰ ਕਦੇ ਕਦੇ ਬਾਰਿਸ਼ ਹੋ ਸਕਦੀ ਹੈ। ਇਹ ਲੱਗਦਾ ਕਿ ਇਹਨਾਂ ਮਤਲਬ ਫਾਰਮੂਲਾ ਕਰਨਾ ਹੈ ਕਿ ਉਹਨਾਂ ਦਿਨ ਠੰਡ ਤੋਂ ਬਚਾਇਆ ਕਿ ਮੰਨਿਆ ਜਾਂਦਾ ਕਿ ਆਪਣਾ ਮਾਰਚ ਤੋਂ ਬਾਅਦ ਲੋਹੜੀ ਤੋਂ ਬਾਅਦ ਠੰਡ ਘੱਟ ਜਾਂਦੀ ਹੈ। ਹਾਂਜੀ, ਆਪਾਂ ਵੈਸੇ ਪਹਿਲਾਂ ਤਾਂ ਸੁਣਦੇ ਹਾਂ ਕਿ ਜਿਵੇਂ ਲੋਹੜੀ ਤੋਂ ਬਾਅਦ ਠੰਡ ਦਾ ਫਰਕ ਪੈ ਜਾਂਦਾ ਹੈ, ਪਰ ਜਿਸ ਤਰ੍ਹਾਂ ਕਿ ਹੁਣ ਵੈਸਟਰਨ ਡਿਸਟਰਬੈਂਸ ਅਪਰੋਚ ਕਰ ਰਹੇ ਆ, ਟੈਂਪਰੇਚਰ ਫਾਲ ਕਰਨਗੇ। ਜਦੋਂ ਟੈਂਪਰੇਚਰ ਫਾਲ ਕਰਦੇ ਆ ਇੱਕ ਵਾਰੀ ਫਿਰ ਹੀਟ ਲੈਬ ਦਾ ਇਫੈਕਟ ਆਉਂਦਾ। ਸੋ ਮਤਲਬ ਹਾਲੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਠੰਡ ਚਲੀ ਗਈ ਹੈ, ਕਿਉਂਕਿ ਜਦੋਂ ਬਾਰਿਸ਼ ਹੋਏਗੀ ਟੈਂਪਰੇਚਰ ਫਾਲ ਕਰਨਗੇ ਔਰ ਵੈਸਟਰਨ ਡਿਸਟਰਬੈਂਸ ਲਗਾਤਾਰ 2 ਜਿਸ ਤਰ੍ਹਾਂ ਆਉਣ ਦੀ ਉਮੀਦ ਹੈਗੀ ਹੈ, ਤਾਂ ਠੰਡ ਹਾਲੇ ਮਤਲਬ ਬਰਕਰਾਰ ਰਹੇਗੀ ਇਸ ਮਹੀਨੇ ਦੇ ਐਂਡ ਤੱਕ। ਔਰ ਜਿਹੜੀ ਬਾਰਿਸ਼ ਹੈਗੀ ਉਹ ਵੀ ਬਹੁਤ ਜ਼ਿਆਦਾ ਯੂਜ਼ਫੁਲ ਵੀ ਕਹਿ ਸਕਦੇ ਹਾਂ ਔਰ ਉਹ ਰਿਕੁਆਇਰਡ ਵੀ ਸੀਗੀ, ਜੋ ਕਿ ਕਾਫੀ ਦੇਰ ਤੋਂ ਅਸੀਂ ਦੇਖ ਰਹੇ ਹਾਂ ਕਿ ਡਰਾਈ ਸਪੈਲ ਚੱਲ ਰਿਹਾ, ਬਾਰਿਸ਼ ਨਹੀਂ ਹੋਈ ਪੰਜਾਬ ਦੇ ਵਿੱਚ, ਬਾਰਿਸ਼ ਬਹੁਤ ਘੱਟ ਹੋਈ ਹੈ ਜਾਂ ਕਿਤੇ ਥੋੜ੍ਹੇ ਬਹੁਤੇ ਛਿੱਟੇ ਹੀ ਪਏ ਹੈ। ਸੋ ਅਗਰ ਇਹ ਬਾਰਿਸ਼ ਹੋ ਜਾਂਦੀ ਹੈ ਤਾਂ ਉਹ ਬਹੁਤ ਜ਼ਿਆਦਾ ਜ਼ਰੂਰੀ ਵੀ ਸੀਗੀ ਇਹਨਾਂ ਫਸਲਾਂ ਨੂੰ ਔਰ ਵੈਸੇ ਵੀ ਯੂਜ਼ਫੁਲ ਰਹੇਗੀ, ਕਿਉਂਕਿ ਜਿਸ ਤਰ੍ਹਾਂ ਕਿ ਹੁਣ ਜਿਵੇਂ ਕੋਈ ਇਰੀਗੇਸ਼ਨ ਦੇਣੀ ਹੁੰਦੀ ਹੈ ਉਹਦੀ ਪੂਰਤੀ ਹੋ ਜਾਏਗੀ ਔਰ ਜਿਹੜਾ ਸਾਡਾ ਵਾਟਰ ਟੇਬਲ ਹੈ ਉਹਦੇ ਲਈ ਵੀ ਹੈਲਪਫੁਲ ਹੋਏਗੀ। ਔਰ ਜੇ ਥੋੜ੍ਹਾ ਜਿਹਾ ਜਿਸ ਤਰ੍ਹਾਂ ਕਿ ਕੋਰੇ ਨਾਲ ਪ੍ਰਭਾਵਿਤ ਫਸਲਾਂ ਸੀਗੀਆਂ ਉਹਨਾਂ ਨੂੰ ਵੀ ਇਹਦਾ ਬਾਰਿਸ਼ ਦਾ ਮਤਲਬ ਫਾਇਦਾ ਹੀ ਹੋਏਗਾ। ਸੋ ਓਵਰਆਲ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਉਹ ਇਕੁਅਲੀ ਜਿਹੜੀ ਸਾਡੇ ਲਈ ਯੂਜ਼ਫੁਲ ਹੈ। ਹਾਂਜੀ, ਡੱਲਾ ਸਾਹਿਬ ਨਮਸਕਾਰ ਜੀ। ਨਮਸਕਾਰ ਜੀ। ਹਾਂ ਸਰ, ਸ਼ਹਿਰ ਦੇ ਵਿੱਚ ਬੋਰਡ ਲੱਗੇ ਹੋਏ ਨੇ ਸਿੱਧੂ ਸਾਹਿਬ ਦੇ, ਇਹ ਕੋਈ ਖਾਸ ਗੱਲ ਹੈ ਜਾਂ ਕੋਈ ਕਨਫਰਮ ਹੋ ਗਿਆ ਵੀ ਉਹ 26 ਤਰੀਕ ਨੂੰ ਬਾਹਰ ਆ ਰਹੇ ਨੇ? ਦੇਖੋ, ਬਹੁਤ ਸਾਰੀ ਸਾਨੂੰ ਉਮੀਦ ਹੈ, ਜਿਵੇਂ ਸਾਡੀ ਆਜ਼ਾਦੀ ਦੇ 75ਵੇਂ ਸਾਲ ਦਾ ਅੰਮ੍ਰਿਤ ਮਹਾਉਤਸਵ ਚੱਲ ਰਿਹਾ ਹੈ। ਸੋ ਸਾਡੇ ਮੁਲਕ ਦੇ ਬਹੁਤ ਸਾਰੇ ਨਾਗਰਿਕ ਨੇ ਜਿਹੜੇ ਇਸ ਵਕਤ ਜੇਲ੍ਹਾਂ ਦੇ ਵਿੱਚ ਨੇ ਕਿਸੇ ਨਾ ਕਿਸੇ ਵਜ੍ਹਾ ਕਰਕੇ। ਸੋ ਉਹਨਾਂ ਚੋਂ ਬਹੁਤ ਸਾਰਿਆਂ ਨੂੰ ਭਾਰਤ ਸਰਕਾਰ ਵੱਲੋਂ ਖਾਸ ਰਿਆਇਤਾਂ ਦੇ ਤਹਿਤ, ਛੋਟਾਂ ਦੇ ਤਹਿਤ ਰਿਲੀਜ਼ ਕੀਤਾ ਜਾਣਾ ਔਰ ਅਸੀਂ ਆਸਵੰਦ ਆ ਕਿ ਨਵਜੋਤ ਸਿੰਘ ਸਿੱਧੂ ਜੀ ਵੀ ਆਪਣੀ ਸਜ਼ਾ ਮੁਕੰਮਲ ਕਰਕੇ 26 ਜਨਵਰੀ ਨੂੰ ਰਿਹਾ ਹੋ ਜਾਣਗੇ। ਇਸੇ ਕਰਕੇ ਉਹਨਾਂ ਦਾ ਇੱਕ ਵੈਲਕਮ ਹੈ ਕਿ ਬਹੁਤ ਜਲਦ ਨਵਜੋਤ ਸਿੰਘ ਸਿੱਧੂ ਜੀ ਔਰ ਸਾਡੇ ਬਾਕੀ ਪੰਜਾਬੀ ਜਿਹੜੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਨੇ, ਉਹ 26 ਜਨਵਰੀ ਗਣਤੰਤਰ ਦਿਵਸ ਹੈ ਸਾਡਾ। ਸਾਡੇ ਬਹੁਤ ਸਤਿਕਾਰਯੋਗ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਜਿਹੜਾ ਸਾਡਾ ਸੰਵਿਧਾਨ ਲਿਖਿਆ, ਸੰਵਿਧਾਨ ਔਰ 26 ਜਨਵਰੀ ਨੂੰ ਸਾਡਾ ਗਣਤੰਤਰ ਲਾਗੂ ਹੋਇਆ। ਆਪਸੀ ਭੇਦ ਭਾਵ ਖਤਮ ਕਰਦਾ ਸਾਡਾ ਸੰਵਿਧਾਨ, ਸਾਰਿਆਂ ਨੂੰ ਬਰਾਬਰ ਦੇ ਹੱਕ ਦਿੰਦਾ। ਸੋ ਇਸ ਕਰਕੇ ਸਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜੀ ਵੀ ਉਸ ਦਿਨ ਰਿਹਾ ਹੋ ਜਾਣਗੇ। ਇਸੇ ਕਰਕੇ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ।
ਜੀ ਡੱਲਾ ਜੀ, ਗੱਲ ਇਦਾਂ ਸੀਗਾ ਵੀ ਜਿਵੇਂ ਤੁਸੀਂ ਹੁਣ ਗੱਲ ਕਹੀ ਹੈ ਵੀ ਸਾਨੂੰ ਆਸ ਹੈ ਤੇ 99% ਚਲੋ 100% ਵੀ ਹੋ ਸਕਦਾ ਆ, 1% ਜੇ ਕਿਤੇ ਸਮਝ ਗਏ ਹੋਣੇ ਤੁਸੀਂ ਮੈਂ ਕੀ ਕਹਿਣਾ ਚਾਹੁੰਦਾ, ਤੇ ਫਿਰ ਆਪਾਂ ਕਿੱਥੇ ਖੜੇ ਆ ਸਰ? ਦੇਖੋ, ਜ਼ਿੰਦਗੀ ਹਮੇਸ਼ਾ ਪੋਜ਼ਿਟਿਵ ਸੋਚ ਕੇ ਅੱਗੇ ਵਧਣੀ ਚਾਹੀਦੀ ਹੈ। ਨਵਜੋਤ ਸਿੰਘ ਸਿੱਧੂ ਸਾਡੇ ਰੋਲ ਮਾਡਲ ਨੇ ਪੰਜਾਬੀਆਂ ਦੇ ਵੀ। ਕ੍ਰਿਕਟ ਦੇ ਵਿੱਚ ਉਹਨਾਂ ਨੇ ਕਿੱਡਾ ਨਾਮ ਬਣਾਇਆ, ਪੰਜਾਬ ਦੇ ਮੁੱਦਿਆਂ ਤੇ ਉਹ ਕਿਵੇਂ ਸੰਘਰਸ਼ ਕਰਦੇ ਨੇ। ਪੰਜਾਬ ਕ੍ਰਿਕਟ ਟੈਲੀਵਿਜ਼ਨ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ, ਇਮਾਨਦਾਰੀ ਦੇ ਨਾਲ ਉਹ ਸਰਕਾਰ 'ਚ ਰਹੇ ਔਰ ਇੱਕ ਬੇਦਾਗ ਸਾਡੇ ਲੀਡਰ ਨੇ, ਇਮਾਨਦਾਰ ਲੀਡਰ ਨੇ। ਸੋ ਇਸ ਕਰਕੇ ਪੋਜ਼ਿਟਿਵ ਰਹਿਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਸੋ ਚੰਗੇ ਸੋਚਾਂਗੇ ਤੇ ਚੰਗਾ ਹੋਊਗਾ। ਦੇਖੋ, ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖਲਵਾਣ ਦੇ ਵਿੱਚ ਕਿੱਡੀ ਵੱਡੀ ਭੂਮਿਕਾ ਰੱਬ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਕੋਲੋਂ ਲਈ, ਔਰ ਇਸ ਕਰਕੇ ਪੋਜ਼ਿਟਿਵ ਸੋਚਾਂਗੇ। ਜੇ ਲਾਂਘਾ ਖੁੱਲ ਸਕਦਾ ਹੈ ਤੇ ਦੁਨੀਆ 'ਚ ਹੋਰ ਬਹੁਤ ਚੰਗੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ। ਸੋ ਪੋਜ਼ਿਟਿਵ, ਅਸੀਂ ਬਿਲਕੁਲ ਪੋਜ਼ਿਟਿਵ ਹਾਂ। ਉਮੀਦ ਕਰਦੇ ਹਾਂ ਕਿ ਸਾਡਾ ਸੰਵਿਧਾਨ ਜਦੋਂ ਬਰਾਬਰੀ ਦਾ ਹੱਕ ਦਿੰਦਾ ਹੈ ਤੇ ਸਾਨੂੰ ਨਹੀਂ ਲੱਗਦਾ ਅਗਰ ਨਵਜੋਤ ਸਿੰਘ ਸਿੱਧੂ ਜੀ ਐਲੀਜੀਬਲ ਨੇ ਤੇ ਉਹ ਜ਼ਰੂਰ 26 ਜਨਵਰੀ ਨੂੰ ਰਿਹਾ ਹੋ ਜਾਣਗੇ। ਚਲੋ ਜੀ, ਸੁਰਿੰਦਰ ਡੱਲਾ ਜੀ, ਨਿਊਜ਼ 18 ਚੈਨਲ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਦਿੱਤਾ ਸਾਨੂੰ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ। ਜਿਹੜਾ ਇਨਸਾਨ ਆਪਣੀ ਸਜ਼ਾ ਪੂਰੀ ਕਰ ਚੁੱਕਿਆ, ਕਾਨੂੰਨ ਦੇ ਮੁਤਾਬਕ ਉਹਦਾ ਰਿਹਾ ਹੋਣਾ ਬਣਦਾ। ਖਰਾਬ ਹੋਈਆਂ ਪ੍ਰਸ਼ਾਸਨ ਨੇ ਗਿਰਦਾਵਰੀ ਕਰਾਈ ਆ, ਪਰ ਅੱਜ ਤੱਕ ਪੰਜੀ ਨਹੀਂ ਦਿੱਤੀ। ਆ ਮੂੰਗੀ ਜਿਹੜੀ MSP ਸੀਗੀ, ਕਹਿੰਦੇ ਮੂੰਗੀ ਦੇ ਪੂਰਾ ਰੇਟ ਦੇਵਾਂਗੇ, ਉਹਦੇ ਤੇ ਸਿਰਫ 10-15% ਲੋਕਾਂ ਨੂੰ ਉਹ ਰੇਟ ਦਿੱਤਾ 1000 ਰੁਪਇਆ ਜਿਹੜਾ ਕਿੱਲੇ ਦਾ ਮੰਨੇ ਸੀਗੇ। ਬਾਕੀ ਜਿਹੜੇ 70-80% ਲੋਕ ਆ ਉਹ ਉਵੇਂ ਹੀ ਫਿਰਦੇ ਆ। ਉਹਨਾਂ ਨੂੰ ਉਹ ਕੋਈ ਵੀ ਆੜ੍ਹਤੀ ਆ ਜਾਂ ਕੋਈ ਮਾਰਕੀਟ ਕਮੇਟੀ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਸੀਗੀ। ਇਸੇ ਤਰ੍ਹਾਂ ਅਸੀਂ ਬਾਰ-ਬਾਰ ਬੇਨਤੀ ਕਰਦੇ ਆਏ ਹਾਂ ਵੀ ਜਿਹੜੇ ਅਵਾਰਾ ਡੰਗਰ ਤੁਰੇ ਫਿਰਦੇ ਆ, ਜਿਵੇਂ ਕਿ ਗਾਈਆਂ, ਰੋਜ਼, ਸੂਰ, ਉਹ ਸਾਡੀਆਂ ਫਸਲਾਂ ਦਾ ਬਹੁਤ ਨੁਕਸਾਨ ਕਰ ਰਹੇ ਆ ਤੇ ਉਹਦੇ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ। ਹੁਣ ਵੀ ਜਿਹੜਾ 2-3 ਦਿਨ ਕੋਰਾ ਪਿਆ, ਸਾਡੀ ਜਿਹੜੀ ਆਲੂਆਂ ਦੀ ਫਸਲ ਸੀਗੀ ਉਹ 40% ਇੱਕੇ ਦਿਨ ਚੱਕੀ ਗਈ ਆ। ਇਸ ਤਰ੍ਹਾਂ ਹੀ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਕਿਸਾਨ ਸ਼ਹੀਦ ਹੋਏ ਆ, ਉਹਨਾਂ ਦਾ ਮੁਆਵਜ਼ਾ, ਉਹਨਾਂ ਨੂੰ ਨੌਕਰੀ, ਜੋ ਸਾਡੇ ਨਾਲ ਸਰਕਾਰ ਦਾ ਫੈਸਲਾ ਹੋਇਆ, ਉਹ ਬਿਲਕੁਲ ਨਹੀਂ ਦਿੱਤੀ ਗਈ। ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਬਹੁਤ ਕੇਸ ਪੈਂਡਿੰਗ ਪਏ ਆ। ਜਦੋਂ ਆਉਂਦੇ ਆ ਕਹਿਣਗੇ ਅੱਜ ਹੋਇਆ, ਕੱਲ੍ਹ ਹੋਇਆ, ਉਹਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸੇ ਤਰ੍ਹਾਂ ਹੀ ਤੇਲੰਗਾਨਾ ਦੇ ਮੁੱਖ ਮੰਤਰੀ ਇੱਥੇ ਆਏ ਸੀ ਮੋਹਾਲੀ ਸਾਡੀ ਰੈਲੀ ਦੇ ਵਿੱਚ, 3 ਲੱਖ ਰੁਪਈਆ ਪ੍ਰਤੀ ਕਿਸਾਨ ਉਹਨਾਂ ਨੇ ਦੇਣ ਦਾ ਫੈਸਲਾ ਕੀਤਾ ਸੀਗਾ, ਜੋ ਕੁਝ ਕਿਸਾਨਾਂ ਨੂੰ ਦਿੱਤਾ। ਬਾਕੀ ਉਹ ਕਹਿੰਦੇ ਵੀ ਅਸੀਂ ਇਹ ਸਰਕਾਰ ਕੋਲੇ ਰਾਸ਼ੀ ਜਮ੍ਹਾਂ ਕਰਾਵਾਂਗੇ, ਇਹ ਦੇਣਗੇ, ਤੇ ਇਹਨਾਂ ਨੇ ਦੁਬਾਰੇ ਸਾਡੇ ਨਾਲ ਕੋਈ ਵੀ ਗੱਲ ਨਹੀਂ ਕੀਤੀ ਗਈ। ਇਸੇ ਤਰ੍ਹਾਂ ਹੀ ਹੋਰ ਜਿਹੜੇ ਸਿੰਘ ਸ਼ਹੀਦ ਆ ਜਾਂ ਬੁੱਧੀਜੀਵੀ ਪੱਤਰਕਾਰ ਆ, ਉਹ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਆ, ਜੇਲ੍ਹਾਂ ਦੇ ਵਿੱਚ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਨੂੰ ਕੋਈ ਰਿਹਾਈ ਨਹੀਂ ਦੇ ਰਹੇ, ਕੋਈ ਪੇਰੋਲ ਨਹੀਂ ਦੇ ਰਹੇ। ਸਰਸੇ ਵਾਲਾ ਸਾਧ ਆ ਇੱਕ, ਜਿਹਦੇ ਤੇ ਤੁਹਾਡੇ ਪੱਤਰਕਾਰ ਭਾਈਚਾਰੇ ਦੀ ਕਤਲ ਦੇ ਮਾਮਲੇ ਜਾਂ ਔਰਤਾਂ ਨਾਲ ਸ਼ੋਸ਼ਣ ਦੇ ਮਾਮਲੇ ਦਰਜ ਹੋਏ ਆ, ਉਹਨੂੰ ਜਦੋਂ ਕਿਤੇ ਵੋਟਾਂ ਆਉਂਦੀਆਂ ਨੇੜੇ ਤੇੜੇ, ਉਦੋਂ ਹੀ ਉਹਨੂੰ ਪੇਰੋਲ ਦੇ ਕੇ ਘਰੇ ਤੋੜ ਦਿੰਦੇ ਆ। ਇਸੇ ਤਰ੍ਹਾਂ ਹੀ ਲਖੀਮਪੁਰ ਖੀਰੀ ਯੂਪੀ ਦੇ ਵਿੱਚ ਸਾਡੇ ਕਿਸਾਨ, ਉੱਥੇ ਦਾ ਜਿਹੜਾ ਰਾਜ ਮੰਤਰੀ ਆ ਭਾਜਪਾ ਦਾ, ਉਹਦੇ ਮੁੰਡੇ ਨੇ ਗੱਡੀਆਂ ਚੜ੍ਹਾ ਕੇ ਸਾਡੇ 4 ਕਿਸਾਨ, 1 ਪੱਤਰਕਾਰ ਸ਼ਹੀਦ ਕੀਤੇ ਆ। ਉਹ ਅਸੀਂ ਬਾਰ-ਬਾਰ ਮੰਗ ਕਰਦੇ ਆ। ਅੱਜ ਵੀ ਜਿਹੜੀ ਕੋਰਟ ਹੈ ਇੱਥੇ ਦੀ, ਉਹ ਵੀ ਇਹਨਾਂ ਨਾਲ ਰਲੀ ਹੋਈ ਆ, ਉਹਨੂੰ ਜ਼ਮਾਨਤ ਦੇਣ ਲਈ ਤਰਲੋ ਮੱਛੀ ਹੋਈ ਆ। ਅਸੀਂ ਇਹ ਚਾਹੁੰਦੇ ਵੀ ਜਿਹੜਾ ਉਹਦਾ ਬਾਪ ਆ, ਰਾਜ ਮੰਤਰੀ ਆ, ਉਹਨੂੰ ਤੁਰੰਤ ਮੰਤਰੀ ਮੰਡਲ 'ਚੋਂ ਕੱਢ ਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਿਹੜੇ ਬਚਾਅ ਦੇ ਪੱਖ ਵਿੱਚ ਸਾਡੇ 4-5 ਕਿਸਾਨ ਯੂਪੀ ਦੀਆਂ ਜੇਲ੍ਹਾਂ ਵਿੱਚ ਬੰਦ ਆ, ਝੂਠੇ ਕਤਲ ਕੇਸ ਦੇ ਪਰਚਿਆਂ ਦੇ ਵਿੱਚ, ਅਸੀਂ ਇਹ ਵੀ ਮੰਗ ਕਰਨਾ ਆ ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ, ਕਿਉਂਕਿ ਸਰਕਾਰ ਸਾਡੇ ਨਾਲ ਵਾਅਦਾ ਕਰ ਚੁੱਕੀ ਹੈ। ਲਖੀਮਪੁਰ ਖੀਰੀ ਅਸੀਂ ਪੰਜਾਬ ਤੇ ਯੂਪੀ ਦੇ ਲੋਕ, ਹਰਿਆਣੇ ਦੇ ਬੜੀ ਵੱਡੀ ਦੇ ਗਿਣਤੀ ਦੇ ਵਿੱਚ ਉੱਥੇ ਮੋਰਚਾ ਲਾ ਕੇ ਆਏ ਆ। ਸਰਕਾਰ ਨੇ ਗੱਲਬਾਤ ਕੀਤੀ ਵੀ ਜਿੰਨੇ ਕਿਸਾਨ ਜੇਲ੍ਹਾਂ ਦੇ ਵਿੱਚ ਆ ਉਹ ਰਿਹਾ ਕੀਤੇ ਜਾਣਗੇ, ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਅੱਜ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣ ਆਏ ਆ ਇਸ ਮੰਗ ਪੱਤਰ ਰਾਹੀਂ। 15 ਦਿਨ ਦੇ ਵਿੱਚ
ਜੇ ਸਾਡੇ ਮਸਲਿਆਂ ਵੱਲ ਕੋਈ ਨਾ ਧਿਆਨ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡੀਸੀ ਦਫ਼ਤਰ ਦੇ ਅੱਗੇ ਲਗਾਤਾਰ ਧਰਨਾ ਲਾ ਕੇ ਬੈਠਾਂਗੇ ਤੇ ਪੂਰੀਆਂ ਸੰਯੁਕਤ ਮੋਰਚੇ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਇਹ ਮੋਰਚਾ ਲਾਵਾਂਗੇ, ਕਿਉਂਕਿ ਅਸੀਂ ਆਉਂਦੇ ਹਾਂ, ਸਾਨੂੰ ਝੂਠੇ ਵਾਅਦੇ ਕੀਤੇ ਜਾਂਦੇ ਆ ਪ੍ਰਸ਼ਾਸਨ ਵੱਲੋਂ, ਪਰ ਸਾਡੀ ਇੱਕ ਵੀ ਮੰਗ ਆ ਜਿਹੜੀ ਮੰਨੀ ਨਹੀਂ ਗਈ। ਜਿਵੇਂ ਕੋਆਪਰੇਟ ਸੁਸਾਇਟੀਆਂ ਦੇ ਵਿੱਚ ਸਾਡੇ ਕਿਸਾਨ ਆ, ਸਾਡੀਆਂ ਸੁਸਾਇਟੀ ਦੇ ਪ੍ਰਧਾਨ ਆ, ਜਿਹੜਾ ਇੱਕ ਇਹਨਾਂ ਦਾ ਮੁਲਾਜ਼ਮ ਰੱਖਿਆ ਹੁੰਦਾ, ਫੰਡ ਉਹ ਖਾ ਜਾਂਦਾ, ਘਪਲਾ ਉਹ ਕਰ ਜਾਂਦਾ। ਉਹ ਜਿਹੜੇ ਮੈਂਬਰ ਹੁੰਦੇ ਆ ਸਾਡੀਆਂ ਕਮੇਟੀਆਂ ਦੇ, ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਬੰਦ ਕੀਤੀਆਂ ਜਾਂਦੀਆਂ, ਉਹਨਾਂ 'ਤੇ ਰੋਕ ਲਈ ਜਾਂਦੀ ਆ, ਉਹ ਵਿਕ ਨਹੀਂ ਸਕਦੀਆਂ। ਇਹ ਲਗਾਤਾਰ ਵਧੀਕੀਆਂ ਸਾਡੇ ਨਾਲ ਹੋ ਰਹੀਆਂ ਵਾ, ਇਹਦੇ ਖਿਲਾਫ ਅੱਜ ਅਸੀਂ ਇੱਥੇ ਸਾਨੂੰ ਜੀ ਉਮੀਦ ਤਾਂ ਬਹੁਤ ਜ਼ਿਆਦਾ ਹੈ ਐਮਐਲਏ ਸਾਹਿਬ ਤੋਂ। ਅਸੀਂ ਤਾਂ ਨੇ ਵੀ ਇਵੇਂ ਉਮੀਦ ਬਣਾਈ ਰੱਖਣ ਤੇ ਵਿਸ਼ਵਾਸ ਜਿਵੇਂ ਸਾਨੂੰ ਦਿੱਤਾ, ਉਸ ਵਿਸ਼ਵਾਸ ਤੇ ਪੂਰਾ ਉਤਰਨ ਸਾਨੂੰ ਬਹੁਤ ਬਹੁਤ ਇਹਨਾਂ ਦਾ ਧੰਨਵਾਦ, ਥੈਂਕ ਯੂ ਕਰਦੇ ਹਾਂ ਜੀ। ਤੇ ਸਾਨੂੰ ਪੂਰਾ ਮੁਆਵਜ਼ਾ ਬਣਦਾ ਦਿਵਾਉਣ, ਕੰਪਨੀ ਤੋਂ ਦਿਵਾਉਣ, ਚਾਹੇ ਦੁਕਾਨਦਾਰ ਤੋਂ ਦਿਵਾਉਣ, ਚਾਹੇ ਸਾਨੂੰ ਆਪਦੇ ਕੋਲੋਂ ਸਰਕਾਰ ਦੇਵੇ। ਸਾਡੀ 80-85 ਹਜ਼ਾਰ ਦੀ ਪਰ ਕਿੱਲੇ ਮਗਰ ਲਾਸ ਹੋ ਗਿਆ ਜੀ ਸਾਡਾ, ਤੇ 15-20 ਹਜ਼ਾਰ ਅੱਗੇ ਹੋਣਾ ਜੀ ਤੂੰ ਵਾਹੁਣ ਤੇ ਅਗਲੀ ਫਸਲ ਬੀਜਣ ਤੇ 20 ਹਜ਼ਾਰ ਉਹ ਪਾ ਕੇ ਜੀ ਲੱਖ ਰੁਪਈਆ ਹੀ ਕਿੱਲੇ ਮਗਰ ਅਸੀਂ ਮੰਨ ਕੇ ਚੱਲਦੇ ਹਾਂ। ਠੇਕੇ ਤੇ ਕਿੰਨੀ ਲਿੱਤੀ ਹੋਈ ਸੀ ਬਰੀ? 16 ਕਿੱਲੇ ਠੇਕੇ ਦਾ ਜੀ, ਬਾਕੀ ਸਾਡੀ ਆਪਦੀ। ਤੇ ਇਹ ਦਵਾਈ ਕਿਹੜੀ ਸੀਗੀ, ਕਿੱਥੋਂ ਲੈ ਕੇ ਆਏ ਕ੍ਰੌਪ ਕੈਮੀਕਲ ਕੰਪਨੀ ਦੀ ਦਵਾਈ ਹੈ ਜੀ, ਮੈਰੇਕਲ ਦਵਾਈ ਦਾ ਨਾਮ। ਲਿਆਂਦੀ ਕਿੱਥੋਂ ਜੀ ਤੁਸੀਂ? ਅਸੀਂ ਚੜਿੱਕੋਂ ਦੁਕਾਨ ਤੋਂ ਸਾਨੂੰ ਲਿਆ ਕੇ ਦਿੱਤੀ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਜੀ, ਦਸਾਂਝ ਪਿੰਡ ਤੋਂ ਉਹ ਡਾਕਟਰ ਨੇ ਸਾਨੂੰ ਲਿਆ ਕੇ ਦਿੱਤੀ। ਮੈਡੀਸਨ ਪਰਚੇਜ ਤੁਸੀਂ ਡਾਕਟਰ ਤੋਂ ਕੀਤੀ ਸੀ? ਹਾਂਜੀ, ਡਾਕਟਰ ਸਾਨੂੰ ਲਿਆ ਕੇ ਦਿੰਦਾ ਸੀ, ਅੱਗੇ ਹਾੜੀ ਸੋਣੀ ਉਹ ਤੋਂ ਹੀ ਲਿਆ ਕੇ ਦਿੰਦਾ ਸੀ ਸਾਨੂੰ। ਇਹ ਕੌਣ ਡਾਕਟਰ ਕਿਹੜਾ ਨਾ? ਇਹ ਆਈ ਜੀ ਕੰਪਨੀਆਂ ਦੇ ਛੱਡੇ ਹੁੰਦੇ ਆ ਪਿੰਡਾਂ 'ਚ, ਏਜੰਟ ਛੱਡੇ ਹੁੰਦੇ। ਹਾਂਜੀ, ਉਹਨਾਂ ਨੂੰ ਜਿਹੜੀ ਜੋ 2 ਪੈਸੇ ਬਣਦੇ ਉਹ ਲਿਆ ਕੇ ਸਾਨੂੰ ਮੜ ਦਿੰਦੇ ਆ ਜੀ, ਸਾਨੂੰ ਕਾ ਪਤਾ ਨਹੀਂ ਹੁੰਦਾ ਜੀ, ਉਵੇਂ ਲਿਆ ਕੇ ਛਿੜਕ ਦਿੰਦੇ ਆ। ਨਹੀਂ ਹੁਣ ਅੱਜ ਤੁਹਾਨੂੰ ਕਿੱਦਾਂ ਲੱਗਦਾ ਜਦੋਂ ਐਮਐਲਏ ਸਾਹਿਬ ਪਹੁੰਚੇ? ਸਾਨੂੰ ਜੀ 101% ਵਿਸ਼ਵਾਸ ਹੈ ਇਹਨਾਂ ਤੇ ਵੀ ਜੇ ਸਾਡਾ ਇਹ ਬਣਦਾ ਮੁਆਵਜ਼ਾ ਸਾਨੂੰ ਦਿਵਾਉਣਗੇ ਤੇ ਤੂੰ ਗਾਂ ਹੀ ਤੂੰ ਜ਼ਿਆਦਾ ਵੀ ਵਿਸ਼ਵਾਸ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਮੋਗਾ ਹਲਕੇ ਦੇ ਪਿੰਡ ਡਗਰੂ ਵਿਖੇ ਸਾਡੇ ਕਿਸਾਨ ਭਰਾ ਹੈ ਲਖਵੀਰ ਸਿੰਘ ਜੀ, ਉਹਨਾਂ ਦੇ ਤਕਰੀਬਨ 25-26 ਏਕੜ ਜਿਹੜੀ ਕਣਕ ਦੀ ਫਸਲ ਲਗਾਈ ਸੀਗੀ। ਪਿਛਲੇ ਦਿਨੀ ਉਹਨਾਂ ਨੇ ਕਿਉਂਕਿ ਜਿਹੜੀ ਹੈਗੀ ਸੀ ਇੱਕ ਦਵਾਈ ਖਰੀਦ ਕੇ ਲੈ ਕੇ ਆਏ, ਉਹ ਇਹਨਾਂ ਦੇ ਕਹਿਣ ਦੇ ਮੁਤਾਬਕ ਚੜਿੱਕ ਤੋਂ ਜਿਹੜੀ ਹੈਗੀ ਸੀ ਪੈਸਟੀਸਾਈਡ ਦੀ ਜਿਹੜੀ ਸ਼ਾਪ ਸੀ, ਉੱਥੋਂ ਇਹਨਾਂ ਨੇ ਕੀਟਨਾਸ਼ਕ ਜਿਹੜੀ ਹੈਗੀ ਦਵਾਈ ਲੈ ਕੇ ਆਏ। ਬਟ ਉਹ ਦਵਾਈ ਦਾ ਛਿੜਕਾਅ ਕਰਨ ਤੋਂ ਬਾਅਦ ਜਿਹੜੀ ਕਣਕ ਦੀ ਫਸਲ ਸੀ ਉਹ ਸਾਰੀ ਖਰਾਬ ਹੋ ਗਈ ਹੈ ਔਰ ਬਿਲਕੁਲ ਸੜ ਗਈ ਹੈ। ਇਹਨਾਂ ਮੁਆਵਜ਼ਾ ਅਸੀਂ ਫਸਟ ਡੇ ਜਦੋਂ ਸਾਨੂੰ ਪਤਾ ਚੱਲਿਆ, ਅਸੀਂ ਖੇਤੀਬਾੜੀ ਅਫਸਰ ਨੂੰ ਵੀ ਸਖਤ ਹਿਦਾਇਤ ਦਿੱਤੀ ਕਿ ਜਿਹੜੀ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜਿਹੜੀ ਵੀ ਸ਼ਾਪ ਤੋਂ ਇਹ ਲੈ ਕੇ ਆਇਆ ਉਹਦਾ ਜਿਹੜਾ ਹੈਗਾ ਉਹਨਾਂ ਦਾ ਲਾਇਸੈਂਸ ਵੀ ਕੈਂਸਲ ਕੀਤਾ ਜਾਵੇ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇ। ਔਰ ਸਾਡੀ ਪ੍ਰਸ਼ਾਸਨ ਨੇ ਵੀ ਪੂਰਾ ਸਾਥ ਦਿੱਤਾ। ਸੋ ਸੰਡੇ ਦੀ ਛੁੱਟੀ ਆ ਜਾਣ ਕਰਕੇ ਜਿਹੜੀ ਸੀਗੀ ਅੱਜ ਪਟਵਾਰੀ ਸਾਹਿਬ ਨੂੰ, ਪਰਸੋਂ ਜਿਸ ਤਰ੍ਹਾਂ ਗੱਲ ਹੋਈ ਸੀਗੀ ਖੇਤੀਬਾੜੀ ਅਫਸਰ ਸਾਹਿਬ ਨਾਲ ਤੇ ਡੀਸੀ ਸਾਹਿਬ ਨਾਲ, ਅੱਜ ਮਾਰਨਿੰਗ ਮੋਗੇ ਦੇ ਜਿਹੜੇ ਪਟਵਾਰੀ ਹੈਗੇ ਉਹ ਆ ਕੇ ਸਾਰਾ ਵੇਰਵਾ ਲੈ ਗਏ ਆ ਫਸਲ ਦਾ। ਸੋ ਸਰਕਾਰ ਵੱਲੋਂ ਤੇ ਸਾਡੇ ਵੱਲੋਂ ਪੂਰੀ ਸਹਾਇਤਾ ਦਿੱਤੀ ਜਾਊਗੀ ਇਹਨਾਂ ਨੂੰ, ਅਸੀਂ ਇਹਨਾਂ ਦੇ ਨਾਲ ਖੜੇ ਆ। ਔਰ ਜਿੱਦਾਂ ਹੀ ਇੱਕ ਬਸ ਥੋੜੀ ਜੀ ਇਹ ਕਾਰਵਾਈ ਉੱਦਣ ਦੀ ਹੋ ਜਾਣੀ ਸੀਗੀ, ਬਟ ਇਹ ਜਿਸ ਤਰ੍ਹਾਂ ਸਾਡੇ ਕਿਸਾਨ ਹਮੇਸ਼ਾ ਭੋਲੇ ਭਾਲੇ ਜਾਂ ਜ਼ੁਬਾਨ 'ਤੇ ਖੜ ਕੇ ਕੰਮ ਕਰਦੇ ਆ, ਸੋ ਇਹ ਜਵਾਨੀ ਜਿਹੜੀ ਹੈਗੀ ਆ ਉਹਨਾਂ ਤੋਂ ਲੈ ਆਏ ਔਰ ਬਿੱਲ ਨਾ ਹੋਣ ਕਰਕੇ ਉਹ ਜਿਹੜੇ ਦੁਕਾਨਦਾਰ ਵੱਲੋਂ ਜਿਹੜੀਆਂ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ, ਬਟ ਜਲਦੀ ਜਿਹੜੀ ਹੈਗੀ ਹੈ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕਿੰਨੇ ਕਿੱਲੇ ਫਸਲ ਜਿਹੜੀ ਖਰਾਬ ਹੋ ਗਈ ਜੀ? ਇਹਨਾਂ ਦੀ 25-26 ਏਕੜ ਹੈਗੀ ਹੈ ਜੀ ਫਸਲ ਜਿਹੜੀ ਖਰਾਬ ਹੋ ਚੁੱਕੀ ਹੈ ਬਿਲਕੁਲ। ਔਰ ਹੁਣ ਜਿਹੜੀ ਨੈਕਸਟ ਫਸਲ ਕਿਉਂਕਿ ਬਿਲਕੁਲ ਹੀ ਜਿਹੜੀ ਕਣਕ ਹੈਗੀ ਹੈ ਉਹ ਖਰਾਬ ਹੋ ਕੇ ਉਹ ਸੜਨ ਲੱਗ ਗਈ ਹੈ ਔਰ ਸੋਇਲ ਟੈਸਟਿੰਗ ਤੋਂ ਬਾਅਦ ਹੀ ਜਿਹੜੇ ਹੈਗਾ ਪਤਾ ਚੱਲੇਗਾ ਕਿ ਹੁਣ ਨੈਕਸਟ ਜਿਹੜੀ ਇਹ ਫਸਲ ਕਿਹੜੀ ਇੱਥੇ ਉਗਾ ਸਕਦੇ ਆ ਜਿਹੜੀ ਹੋ ਜਾਵੇ। ਅਦਰਵਾਈਜ਼ ਅਸੀਂ ਖੇਤੀਬਾੜੀ ਅਫਸਰਾਂ ਨੂੰ ਜਿਹੜੇ ਹੈਗੇ ਆ ਇੱਥੇ ਭੇਜਾਂਗੇ ਮੋਗੇ ਤੋਂ, ਉਹ ਦੇਖਣਗੇ ਆ ਕੇ ਕਿ ਹੁਣ ਇਹ ਕਿਹੜੀ ਫਸਲ ਜਿਹੜੀ ਨੈਕਸਟ ਇੱਥੇ ਲਗਾ ਸਕਦੇ। ਤੇ ਐਮਐਲਏ ਸਾਹਿਬ ਇਸ ਤਰ੍ਹਾਂ ਦੇ ਦੁਕਾਨਦਾਰਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ? ਨਹੀਂ, ਇਹਨਾਂ ਤੇ ਬਹੁਤ ਸਾਰੇ ਦੇਖੋ ਕਿਸਾਨ ਵੀਰ ਸਾਡੇ ਪਹਿਲਾਂ ਹੀ ਕਰਜ਼ਿਆਂ ਦੇ ਥੱਲੇ ਦੱਬੇ ਹੋਏ ਆ, ਬਹੁਤ ਮਿਹਨਤ ਕਰਕੇ ਬਿਨਾਂ ਸਰਦੀ ਦੇਖੇ
ਗਰਮੀਆਂ ਦੇ ਵਿੱਚ ਵੀ ਗਰਮੀ ਨਹੀਂ ਦੇਖਦੇ, ਸਰਦੀ ਨਹੀਂ ਦੇਖਦੇ, ਧੁੱਪ ਨਹੀਂ ਦੇਖਦੇ, ਹਮੇਸ਼ਾ ਆ ਕੇ ਆਪਣੀ ਖੇਤਾਂ ਦੇ ਵਿੱਚ ਕੰਮ ਕਰਦੇ ਆ। ਸੋ ਇਹਨਾਂ ਨੂੰ ਤਾਂ ਜਿਹੜਾ ਹੈਗਾ ਸਾਨੂੰ ਉੱਪਰ ਲੈ ਕੇ ਆਉਣ ਦੀ ਜ਼ਰੂਰਤ ਹੈਗੀ ਹੈ। ਇਹੋ ਜਿਹੀਆਂ ਕੰਪਨੀਜ਼ ਪਹਿਲਾਂ ਵੀ ਜਿਸ ਤਰ੍ਹਾਂ ਕਪਾਹ ਦੀਆਂ ਫਸਲਾਂ ਬਹੁਤ ਖਰਾਬ ਹੋਈਆਂ ਸੀਗੀਆਂ ਗਲਤ ਇਹੋ ਜਿਹੀਆਂ ਦਵਾਈਆਂ ਦੇ ਕਰਕੇ, ਸੋ ਹੁਣ ਇਹਨਾਂ 'ਤੇ ਤਾਂ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੇ ਪੂਰੇ ਕਿਸਾਨ ਦੀ ਇਹਨਾਂ ਦੀ 20 ਲੱਖ ਪਲੱਸ ਜਿਹੜਾ ਹੈਗਾ ਨੁਕਸਾਨ ਹੋ ਚੁੱਕਿਆ ਹੈ ਇਹਨਾਂ ਦਾ, ਕਿਉਂਕਿ ਫਸਲ ਤਾਂ ਇਹਨਾਂ ਨੇ ਪੂਰਾ ਆਪਣਾ ਕੰਮ ਕਰ ਲਿਆ ਸੀ, ਹੁਣ ਤਾਂ ਸਿਰਫ ਇੱਕ ਇਹਨਾਂ ਨੇ ਪਾਣੀ ਦੇਣਾ ਸੀਗਾ ਫਸਲ ਨੂੰ। ਸੋ ਇਹੋ ਜਿਹੇ ਜਿਹੜੇ ਜਿੰਨੇ ਵੀ ਦੁਕਾਨਦਾਰ ਤੇ ਜਿਹੜੀਆਂ ਕੰਪਨੀਜ਼ ਹੈਗੀਆਂ ਨੇ, ਇਨਫੈਕਟ ਕੰਪਨੀਜ਼ ਤੇ ਵੀ ਜਿਹੜੀਆਂ ਇਹੋ ਜਿਹੇ ਪੈਸਟੀਸਾਈਡਸ ਬਣਾਉਂਦੀਆਂ ਨੇ, ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਤੇ ਵੀ ਕੇਸ ਹੋਣਾ ਚਾਹੀਦਾ ਕਿ ਜਿਨ੍ਹਾਂ ਨੇ ਇਹੋ ਜਿਹੀਆਂ ਦਵਾਈਆਂ ਬਣਾਈਆਂ। स्पाइसल बंसी बेचते हुआ है। मैं सोच रहा था सर कि ये सोया और चीज को फिर से जगाऊं, क्योंकि इसकी मार्केट फिर से ले आऊं, क्योंकि इसकी मिठास बहुत है सर। आजकल लोग कहते हैं मुझसे ले गाना बजा दो, मुझसे ले लोग ज्यादा कहना है। ऐसे पंजाबी बोलने नहीं आती, फिर भी पंजाबी हम बजा दिए, क्योंकि क्लासिक गाना है ना मुझसे ला 295 तो क्लासिक हम बजा देते हैं। बजाने कुछ गुजरात में सीखे थे, गुजरात में सीखे हैं, कुछ पंजाब में कलाकार बहुत है। यहाँ पे कला के बहुत भेदभाव है, यहाँ पे बहुत कुछ सीख गया पंजाब में। 10-15 हज़ार में गाना ऐसे बजा लेता हूँ मैं, जब से सीखा जब से गाना ही बजा रहा हूँ। अलग अलग जो मुझे गाना सुन लीजिए सर, हम बजा देते सर। से बिहार से बंसरी गद्दे कर मुझे 20-22 साल बंसरी बेचते हुआ है। मैं सोच रहा था सर कि ये सोया और चीज को फिर से जगाऊं, क्योंकि इसकी मार्केट फिर से ले आऊं, क्योंकि इसकी मिठास बहुत है सर। संगीत ऐसी चीज है, संगीत से जो जुड़े हैं उनको बता सर, इसकी बहुत मिठास है बंसरी की। ये दब गया, मैं सोच रहा हूँ इसको फिर से ब्लड करूँ, इससे तो काम दाम तो है ही नहीं, टाइम पास कर रहे हैं, और इसको बजा के सुकून मिल जाती है। मैं सोच रहा हूँ फिर से दोबारा ले आऊँ। अलग अलग गाने पे लोगों का मन जोड़ा जीत रहे हो आप। बंसरी किससे बजाए, पहले बजाने किससे सीखी आप? सर हम बजाने कुछ गुजरात में सीखे थे, गुजरात में सीखे हैं, कुछ पंजाब में कलाकार बहुत है सर। यहाँ पे कला के बहुत भेदभाव है, यहाँ पे बहुत कुछ सीख गया पंजाब में। गुजारा हो जाता है, टाइम पास कर रहे हैं, गुजारा। 3 बच्चे हैं, किराए पर रेंट पे रहता हूँ। ਅਲੱਗ-ਅਲੱਗ ਤਰ੍ਹਾਂ ਦੀਆਂ ਤੁਸੀਂ ਬਾਂਸਰੀਆਂ ਵਜਾਉਂਦੇ ਹੋ। ਅੱਜ ਤੱਕ ਜ਼ਿਆਦਾ ਬਾਂਸਰੀ ਆ ਜਿਹੜੀ ਕਿਹੜੇ ਸਿੰਗਰ ਦੀ ਸੁਣਨ ਨੂੰ ਮਿਲੀ ਆ? इससे तो सारे मिक्स ही होते हैं। कई बोलते हैं कि अब जो बोलते हैं हम बजा देते सर। आजकल लोग कहते हैं मुझसे ले गाना बजा दो, मुझसे ले लोग ज्यादा कहना है। ऐसे पंजाबी बोलने नहीं आती, फिर भी पंजाबी हम बजा दिए, क्योंकि क्लासिक गाना है ना मुझसे ला 295 तो क्लासिक हम बजा देते हैं। कितने के तरह की जो बंसरी में आवाज निकाल लेते हो? इसमें तो सर मैं कम से कम 10-15 हज़ार में गाना ऐसे बजा लेता हूँ। मैं जब से सीखा जब से गाना ही बजा रहा हूँ। अलग अलग जो मुझे गाना सुन लीजिए सर, हम बजा देते हैं सर। ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਪ੍ਰੀਤਨਾਮਾ ਟੀਵੀ ਨਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।